ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਰਧਨ ਆਦਰ ਕੋਈ ਨ ਦੇ, ਲਾਖ ਜਤਨ ਕਰੈ ਓਹ ਚਿਤ ਨਾ ਤਰੇ। ਨਿਰਧਨ ਆਦਰ ਕੋਈ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਮਣ ਮਾਲਕ ਟਲ ਸ਼ਬਦਾਂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਰਧਨ ਆਦਰ ਕੋਈ ਨ ਦੇ। ਇਹ ਭਾਈ ਨਾਮ ਰੂਪ ਧਨ ਤੋਂ ਹੀਨ ਮਨੁੱਖ ਨੂੰ ਤਤ ਬੇਤੀਆਂ ਦੀ ਸੰਗਤ ਦੇ ਵਿੱਚ ਪਰਲੋਕ ਦੇ ਵਿੱਚ ਕੋਈ ਵੀ ਆਦਰ ਸਤਿਕਾਰ ਨਹੀਂ ਦਿੰਦਾ। ਲਾਖ ਜਤਨ ਕਰੈ ਓਹ ਚੇਤਨ ਤਰੇ। ਨਾਮ ਰੂਪ ਧਨ ਤੋਂ ਹੀਨ ਮਨੁੱਖ ਭਾਵੇਂ ਦਿਖਾਵੇ ਮਾਤਰ ਸਾਧਨ ਕਰਨ ਰੂਪ ਲੱਖਾਂ ਯਤਨ ਵੀ ਕਰ ਲੈਣ, ਪਰ ਧਨ ਵਾਲਾ ਤਤ ਬੇਤਾ ਇਸ ਨਾਲ ਆਪਣਾ ਚਿੱਤ ਨਹੀਂ ਧਰਦਾ। ਭਾਵ ਉਹ ਇਸ ਨੂੰ ਚਿੱਤ ਵਿੱਚ ਨਹੀਂ ਲਿਆਉਂਦਾ ਕਿ ਕਿਤੇ ਗੱਲਾਂ ਵਿੱਚ ਲਾ ਕੇ ਪ੍ਰਭੂ ਵੱਲੋਂ ਭੁਲਾ ਨਾ ਦੇਵੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਾਉ ਨਿਰਧਨ ਸਰ ਧਨ ਕੈ ਜਾਏ। ਜਦੋਂ ਨਾਮ ਧਨ ਤੋਂ ਹੀਣਾ ਮਨੁੱਖ ਸ੍ਰੇਸ਼ਟ ਨਾਮ ਧਨ ਵਾਲੇ ਮਹਾਤਮਾ ਦੇ ਪਾਸ ਜਾਂਦਾ ਹੈ। ਅੱਗੇ ਬੈਠਾ ਪੀਠ ਫਿਰਾਏ। ਤਦੋਂ ਅੱਗੇ ਉਹ ਨਾਮ ਧਨ ਵਾਲਾ ਪਿੱਠ ਫੇਰ ਲੈਂਦਾ ਹੈ ਕਿ ਕਿਤੇ ਮੈਨੂੰ ਦੁਨਿਆਵੀ ਗੱਲਾਂ ਵਿੱਚ ਲਾ ਕੇ ਪਰਮਾਤਮਾ ਦਾ ਨਾਮ ਨਾ ਭੁਲਾ ਦੇਵੇ। ਜੋ ਸਰ ਧਨ ਨਿਰਧਨ ਕੈ ਜਾਏ। ਜਦੋਂ ਕਿਤੇ ਨਾਮ ਧਨ ਵਾਲਾ ਤਤ ਬੀਤਾ ਅਚਨਚੇਤ ਨਾਮ ਧਨ ਤੋਂ ਹੀਨ ਮਨੁੱਖ ਦੇ ਘਰ ਚਲਾ ਜਾਵੇ। ਦੀਆਂ ਆਦਰਾਂ ਲਿਆ ਬੁਲਾਏ। ਤਦੋਂ ਉਹ ਆਦਰ ਦੇ ਕੇ ਪਾਸ ਬੁਲਾ ਲੈਂਦਾ ਹੈ ਕਿ ਇਹ ਮੇਰੀ ਕਲਿਆਣ ਕਰ ਦੇਣਗੇ। ਨਿਰਧਨ ਸਰ ਧਨ ਦੋਨੋਂ ਭਾਈ। ਇਹ ਭਾਈ ਵਾਸਤਵ ਦੇ ਵਿੱਚ ਨਾਮ ਧਨ ਤੋਂ ਹੀਨ ਅਤੇ ਨਾਮ ਧਨ ਦੇ ਲਾਭ ਨੂੰ ਪ੍ਰਾਪਤ ਕਰਨ ਵਾਲਾ ਦੋਵੇਂ ਚੇਤਨ ਦੀ ਅੰਸ਼ ਹੋਣ ਕਰਕੇ ਆਪਸ ਦੇ ਵਿੱਚ ਭਾਈ ਭਾਈ ਨੇ, ਭਰਾ ਭਰਾ ਹਨ, ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਬ੍ਰਹਮ ਕੀ ਕਾਲਾ
ਮਿਟੀ ਜਾਈ। ਪਰ ਪਰਮਾਤਮਾ ਦੀ ਸ਼ਕਤੀ ਕਿਸੇ ਕੋਲੋਂ ਮਿਟੀ ਨਹੀਂ ਜਾ ਸਕਦੀ। ਭਾਵ ਜੋ ਉਸ ਪ੍ਰਭੂ ਨੂੰ ਚੰਗਾ ਲੱਗਾ ਹੈ ਉਸ ਨੂੰ ਆਪਣੇ ਨਾਮ ਧਨ ਦੀ ਦਾਤ ਦੇਣਾ ਕਰਦਾ ਹੈ। ਕਹੈ ਕਬੀਰਾ ਨਿਰਧਨ ਹੈ ਸੋਈ। ਭਗਤ ਕਬੀਰ ਜੀ ਧਨ ਤੋਂ ਹੀਣਾ ਹੈ। ਸੋ ਫਿਰ ਤੋਂ ਪੰਕਤੀ ਪੜੋ ਜੀ। ਕਹੈ ਕਬੀਰਾ ਨਿਰਧਨ ਹੈ ਸੋਈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸਲ ਵਿੱਚ ਉਹੀ ਮਨੁੱਖ ਧਨ ਤੋਂ ਹੀਣ ਕੰਗਾਲ ਹੈ। ਜਾਗੇ ਹਿਰਦੈ ਨਾਮ ਨ ਹੋਈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਪ੍ਰੀਤੀ ਨਹੀਂ ਹੁੰਦੀ ਹੈ। ਗੁਰ ਸੇਵਾ ਤੇ ਭਗਤ ਕਮਾਈ। ਹੇ ਭਾਈ, ਇਸ ਮਨੁੱਖਾ ਜਨਮ ਦੇ ਵਿੱਚ ਗੁਰਾਂ ਦੀ ਸੇਵਾ ਟਹਿਲ ਕਰੋ ਅਤੇ ਭਗਤੀ ਦੀ ਕਮਾਈ ਕਾਲਣਾ ਕਰ ਲੋ। ਤਬੇ ਹਿਮਾਨ ਸੰਦੇਹੀ ਪਾਈ। ਤਦੋਂ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੋਈ ਸਫਲੀ ਹੈ। ਅਥਵਾ ਅਨਵੇਂ ਅਨੁਸਾਰ ਅਰਥ ਇਸ ਤਰ੍ਹਾਂ ਲੱਗੇਗਾ, ਤਬ ਇਹ ਮਾਨਸ ਦੇਹੀ ਪਾਈ। ਤਦੋਂ ਹੀ ਇਹ ਮਨੁੱਖਾ ਦੇਹੀ ਕਾਇਆ ਪਾਈ ਹੋਈ ਸਫਲੀ ਹੈ। ਗੁਰ ਸੇਵਾ ਤੇ ਭਗਤ ਕਮਾਈ। ਜੇਕਰ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਜਾਵੇ ਨਹੀਂ ਤਾਂ ਕੋਈ ਲਾਭ ਨਹੀਂ ਹੈ। ਮਰ ਨਾ ਜਾਹੀ ਜਿਨ ਬਿਸਰਤ ਰਾਮ। ਜਿਨ੍ਹਾਂ ਨੂੰ ਰਾਮ ਭੁੱਲਿਆ ਹੋਇਆ ਹੈ ਉਹ ਮਾਰੀ ਕਿਉਂ ਨਹੀਂ ਗਏ। ਨਾਮ ਬਿਹੂਨ ਜੀਵਨ ਕੌਣ ਗਾਮ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਜ਼ਿੰਦਗੀ ਜੀਉਣ ਦਾ ਕੀ ਕੰਮ ਹੈ ਭਲਾ ਦੁਨੀਆ ਦੇ ਵਿੱਚ। ਭਾਰੇ ਭੋਈ ਅਕਿਰਤ ਕਾਨ ਮੰਦੀ ਹੋ ਮੰਦੇ। ਉਹਦਾ ਧਰਤੀ ਦੇ ਭਾਰ ਬਣੇ ਹੋਏ ਨੇ। ਕਈ ਸੱਜਣ ਇਹਨਾਂ ਪੰਕਤੀਆਂ ਦੇ ਇੰਜ ਵੀ ਅਰਥ ਕਰਦੇ ਨੇ ਜੋ ਗੁਰੂ ਸਿਧਾਂਤ ਅਨੁਸਾਰ ਠੀਕ ਨਹੀਂ ਟੁਕਦਾ ਕਿ ਜਦ ਗੁਰਾਂ ਦੀ ਸੇਵਾ ਤੇ ਭਗਤੀ ਦੀ ਕਮਾਈ ਕੀਤੀ ਤਦੋਂ ਇਹ ਮਨੁੱਖਾ ਦੇਹੀ ਪਾਉਣਾ ਕੀਤੀ। ਇਹ ਅਰਥ ਜੋ ਇਹ ਠੀਕ ਨਹੀਂ ਹਨ। ਸਤਿਗੁਰਾਂ ਦੀ ਸੇਵਾ ਕਰਕੇ ਤੇ ਪਰਮਾਤਮਾ ਦੀ ਭਗਤੀ ਕਰਕੇ ਤਾਂ ਜੰਮਣ ਮਰਨ ਹੀ ਮਿਟ ਜਾਂਦਾ ਹੈ। ਜੈਸਾ ਕਿ ਰਾਮ ਭਗਤ ਗੁਰ ਸੇਵਾ ਤਰਨਾ ਜਾਂ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ। ਜਿਵੇਂ ਗੁਰੂਆਂ ਦਾ ਘੋੜਾ ਸੀਗਾ, ਛੇਵੇਂ ਪਾਤਸ਼ਾਹ ਦੇ 2 ਦਿਲਬਾਗ ਤੇ ਗੁਲਬਾ ਘੋੜੇ ਸੀਗੇ, ਉਹ ਮੁਕਤੀ ਹੋ ਗਏ। ਕਲਗੀਧਰ ਮਹਾਰਾਜ ਦਾ ਨੀਲਾ ਘੋੜਾ ਉਹ ਵੀ ਮੁਕਤ ਹੋ ਗਿਆ। ਤੋ ਇੰਜ ਜਿਹਨੇ ਸੇਵਾ ਕੀਤੀ ਭਗਤੀ ਦੀ ਕਮਾਈ ਕੀਤੀ ਉਹ ਤਾਂ ਮੁਕਤ ਹੋ ਗਿਆ। ਜਿਹੜੇ ਗੁਰੂ ਵਾਲੇ ਨਹੀਂ ਸਨ ਉਹਨਾਂ ਨੇ ਮਨੁੱਖਾ ਦੇਹ ਪਾ ਕੇ ਪੁੰਨਾਂ ਦੇ ਪ੍ਰਤਾਪ ਨਾਲ ਇਹ ਮਨੁੱਖਾ ਦੇਹ ਮਿਲੀ। ਫਿਰ ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਕਰਕੇ ਉਹ ਮੁਕਤ ਹੋ ਗਏ। ਕਿਉਂਕਿ ਦੇਵੀ ਦੇਵਤੇ ਵੀ ਮੁਕਤ ਨਹੀਂ ਹਨ। ਜਿੰਨਾ ਚਿਰ ਗੁਰੂ ਪੂਰਾ ਨਹੀਂ ਮਿਲਦਾ ਉਹਨਾਂ ਚਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਦੇਹੀ ਕਉ ਸਿਮਰਹਿ ਦੇਵ। ਇਹ ਭਾਈ ਇਸ ਮਨੁੱਖ ਦੇਹੀ ਨੂੰ ਤਾਂ ਦੇਵਤੇ ਵੀ ਯਾਦ ਕਰਦੇ ਨੇ ਕਿ ਸਾਨੂੰ ਵੀ ਇਹ ਮਨੁੱਖਾ ਦੇਹੀ ਪ੍ਰਾਪਤ ਹੋਵੇ ਤਾਂ ਜੋ ਭਜਨ ਬੰਦਗੀ ਕਰਕੇ ਮੁਕਤੀ ਪ੍ਰਾਪਤ ਕਰੀਏ। ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਸਾ ਰਹੇ ਸਨ,
ਉਸ ਸਮੇਂ ਰੋਪੜ ਦੇ ਇਲਾਕੇ ਦਾ ਇੱਕ ਫਕੀਰ ਆਪਣੇ ਮਰੀਦਾਂ ਨਾਲ ਵਿਚਰਦਾ ਹੋਇਆ ਆਨੰਦਪੁਰ ਸਾਹਿਬ ਦੇ ਕੋਲ ਪਹੁੰਚਿਆ। ਉੱਥੇ ਸਿੱਖਾਂ ਪਾਸੋਂ ਪੁੱਛਿਆ ਕਿ ਸੁੰਦਰ ਮਹਲ ਸਰਾਵਾਂ ਕੌਣ ਬਣਵਾ ਰਿਹਾ। ਅੱਗੋਂ ਸਿੱਖਾਂ ਨੇ ਕਿਹਾ ਕਿ ਸਰਾਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਣਵਾ ਰਹੇ ਨੇ। ਫਕੀਰ ਨੇ ਹੈਰਾਨ ਜਿਹਾ ਹੋ ਕੇ ਕਿਹਾ ਕਿ ਤੁਸੀਂ ਗੁਰੂ ਕੋਲੋਂ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਪੁੱਛ ਕੇ ਰੱਖਿਓ ਕਿ ਗੁਰੂ ਕੀ ਤੇ ਪ੍ਰਵਿਰਤੀ ਕੀ। ਮੈਂ ਕੱਲ ਨੂੰ ਤੁਹਾਡੇ ਕੋਲੋਂ ਆ ਕੇ ਉੱਤਰ ਪੁੱਛਾਂਗਾ। ਤਦੋਂ ਸਿੱਖਾਂ ਨੇ ਸਤਿਗੁਰਾਂ ਦੇ ਪਾਸੋਂ ਪੁੱਛਿਆ ਕਿ ਗੁਰੂ ਜੀ, ਇੱਕ ਫਕੀਰ ਨੇ ਪ੍ਰਸ਼ਨ ਕੀਤਾ ਹੈ ਕਿ ਗੁਰੂ ਕੀ ਅਤੇ ਪ੍ਰਵਿਰਤੀ ਕੀ। ਉਹਨੇ ਦਾ ਉੱਤਰ ਪੁੱਛਿਆ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਫਕੀਰ ਕੱਲ ਨੂੰ ਮਿਲੇ ਤਾਂ ਉਹਨੂੰ ਕਹਿਣਾ ਕਿ ਅਸੀਂ ਉਸ ਦੇ ਸਾਹਮਣੇ ਉੱਤਰ ਦਿਆਂਗੇ। ਜਿਹਨੇ ਉੱਤਰ ਲੈਣਾ ਉਹ ਸਾਡੇ ਕੋਲ ਚੱਲ ਕੇ ਆਵੇ। ਜਦੋਂ ਅਗਲੇ ਦਿਨ ਉਹ ਫਕੀਰ ਆਇਆ ਤਾਂ ਸਿੱਖਾਂ ਨੇ ਕਿਹਾ ਕਿ ਤੈਨੂੰ ਗੁਰੂ ਜੀ ਆਪ ਤੇਰੇ ਪ੍ਰਸ਼ਨ ਦਾ ਉੱਤਰ ਦੇਣਗੇ। ਉਸ ਵੇਲੇ ਸਿੱਖਾਂ ਦੇ ਨਾਲ ਗੁਰੂ ਜੀ ਦੇ ਪਾਸ ਪਹੁੰਚਿਆ। ਇਹਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਉਹੀ ਪ੍ਰਸ਼ਨ ਦੁਹਰਾਇਆ ਕਿ ਗੁਰੂ ਕੀ ਅਤੇ ਪ੍ਰਵਿਰਤੀ ਕੀ। ਤੁਹਾਡੇ ਵੱਡੇ ਸਤਿਗੁਰਾਂ ਦਾ ਉਪਦੇਸ਼ ਹੈ। ਮਹੱਲਾ ਦੂਜਾ। ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਇਸ ਦੁਨੀਆ ਤੋਂ ਚੱਲਣਾ ਜਾਣ ਲਿਆ ਉਹ ਭਲਾ ਵਿਸਤਾਰ ਫੈਲਾਵਟਾਂ ਕੀ ਕਰਦੇ ਨੇ। ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ। ਇਸ ਲਈ ਆਪ ਜੀ ਏਡਾ ਵੱਡਾ ਸ਼ਹਿਰ ਵਸਾ ਰਹੇ ਹੋ। ਅੱਗੋਂ ਗੁਰੂ ਜੀ ਨੇ ਕਿਹਾ ਕਿ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਸੁਣਨਾ ਚਾਹੋਗੇ ਜਾਂ ਵੇਖਣਾ ਚਾਹੋਗੇ। ਉਹਨੇ ਕਿਹਾ ਵੀ ਜੇਕਰ ਦਿਖਾ ਦੇਵੋ ਤਾਂ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋਵੇਗੀ। ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਅੱਖਾਂ ਬੰਦ ਕਰੋ। ਜਦੋਂ ਫਕੀਰ ਨੇ ਅੱਖਾਂ ਬੰਦ ਕੀਤੀਆਂ ਤਾਂ ਆਪਣੇ ਆਪ ਨੂੰ ਬਹਿਸ਼ਤ ਵਿੱਚ ਬੈਠਾ ਉਹਨੇ ਦੇਖਿਆ। ਉੱਥੇ ਸਾਹਮਣੇ ਸੋਨੇ ਅਤੇ ਹੀਰਿਆਂ ਨਾਲ ਜੜੇ ਹੋਏ ਇੱਕ ਪਲੰਘ ਉੱਪਰ ਬਹੁਤ ਰਾਜਸੀ ਠਾਠ ਨਾਲ ਇੱਕ ਆਦਮੀ ਬੈਠਾ ਹੋਇਆ ਸੀ, ਜਿਸ ਦੇ ਆਲੇ ਦੁਆਲੇ ਸੇਵਾ ਵਿੱਚ ਅਨੇਕਾਂ ਨੌਕਰ ਚਾਕਰ ਸਨ। ਜਦੋਂ ਨੌਕਰ ਸੇਵਾ ਕਰਕੇ ਚਲੇ ਗਏ ਤਦੋਂ ਫਕੀਰ ਨੇ ਉਸ ਮਨੁੱਖ ਤੋਂ ਪੁੱਛਿਆ ਕਿ ਤੂੰ ਐਸਾ ਕੀ ਪੁੰਨ ਕਰਮ ਕੀਤਾ ਹੈ। ਉਹਨੇ ਰੋ ਰੋ ਕੇ ਕਿਹਾ ਕਰਨਾ ਉਹਨਾਂ ਵਿੱਚ ਹੁੰਦੇ ਨੇ। ਮੈਂ ਜੀਵ ਸ਼ੇਰ ਸੀ। ਸ਼ੇਰ ਇੱਕ ਵਾਰ ਚੱਲ ਰਹੀ ਸੀ, ਗਏ ਪੈ ਰਹੇ ਸਨ। ਉਸ ਵੇਲੇ ਦੋ ਫਕੀਰ ਹਨੇਰੀ ਤੋਂ ਬਚਣ ਲਈ ਦੇ ਵਿੱਚ ਆ ਵੜੇ। ਐਵੇਂ ਆਪਣੀ ਖੁਰਾਕ ਖਾ ਪੜਨ ਲੱਗਾ। ਪਤਾ ਲੱਗਾ ਕਿ ਮੇਰੀ ਗੁਫਾ ਦੇ ਵਿੱਚ ਦੋ। ਮੈਂ ਸੋਚਿਆ ਮੈਂ ਅੰਦਰ ਗਿਆ ਤਾਂ ਫਕੀਰ ਮੇਰਾ ਪੈ ਜਾਣਗੇ। ਇਸ ਲਈ ਮੈਂ ਗੁਫਾ ਦੇ ਬਾਹਰ ਹੀ ਬੈਠ ਗਿਆ। ਸਾਰਾ ਮੀਂਹ ਵਰਿਆ, ਸਿਰ ਉੱਪਰ ਗੜੇ ਵੱਜਣ ਨਾਲ ਠੰਡ ਬਹੁਤੀ ਸੀਗੀ। ਉੱਥੇ ਹੀ ਮੇਰੀ ਥਾਂ ਮੌਤ ਹੋ ਗਈ। ਜਦੋਂ ਮੀਂਹ ਰੁਕਣ ਤੋਂ ਬਾਅਦ ਉਹ ਫਕੀਰ ਬਾਹਰ ਨਿਕਲੇ ਤਾਂ ਮੈਨੂੰ ਮਰਿਆ ਜਾਣ ਕੇ ਸਮਝ ਗਏ ਕਿ ਗੁਫਾ ਇਸ ਦੀ ਸੀ। ਇਹਨੇ ਸਾਡੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਹੈ। ਤਦੋਂ ਉਹਨਾਂ ਨੇ ਪਰਉਪਕਾਰ ਸਮਝ ਕੇ ਆਪਣੇ ਚਰਨ ਛੁਹਾ ਦਿੱਤੇ। ਉਸ ਪਰਉਪਕਾਰ ਬਦਲੇ ਮੈਨੂੰ ਇਹ ਸੁੱਖ ਪ੍ਰਾਪਤ ਹੋਇਆ। ਮੈਂ ਤੇ ਰੋ ਰਿਹਾ ਹਾਂ ਕਿ ਜੇਕਰ ਮੈਨੂੰ ਮਨੁੱਖਾ ਜੀਵਨ ਪ੍ਰਾਪਤ ਹੋ ਜਾਏ ਤਾਂ ਉਸ ਵਿੱਚ ਪੁੰਨ ਕਰਮ ਭਜਨ ਬੰਦਗੀ ਕਰਨ ਨਾਲ
ਲੋਕਾਂ ਦੇ ਲਈ ਮਕਾਨ ਆਦਿ ਬਣਾ ਕੇ ਐਸਾ ਪੁੰਨ ਕਰਦਾ ਹੈ, ਜਿਸ ਇੱਕ ਰਾਤ ਦੇ ਪੁੰਨ ਕਰਮ ਕਰਨ ਦੇ ਬਦਲੇ ਮੈਨੂੰ ਇੰਨੇ ਸੁੱਖ ਮਿਲੇ ਨੇ, ਉਹ ਮੈਂ ਸਾਰੀ ਉਮਰ ਹੀ ਕਰਦਾ, ਜਿਸ ਕਰਕੇ ਮੈਨੂੰ ਹੋਰ ਵੀ ਬਹੁਤ ਆਨੰਦ ਪ੍ਰਾਪਤ ਹੁੰਦਾ। ਇਹ ਦੇਖ ਕੇ ਫਕੀਰ ਨੇ ਉਹਨੂੰ ਨਮਸਕਾਰ ਕੀਤੀ ਤੇ ਅੱਖਾਂ ਖੋਲੀਆਂ। ਤਦੋਂ ਗੁਰੂ ਜੀ ਦੇ ਚਰਨਾਂ ਪਰ ਨਮਸਕਾਰ ਕਰਕੇ ਕਿਹਾ ਕਿ ਸਤਿਗੁਰੂ ਜੀ, ਮੈਨੂੰ ਉੱਤਰ ਮਿਲ ਹੀ ਨਹੀਂ ਗਿਆ, ਦੇਖ ਵੀ ਗਿਆ ਹੈ। ਤੁਸੀਂ ਬਹੁਤ ਪਰਉਪਕਾਰ ਕਰ ਰਹੇ ਹੋ, ਕਿਉਂਕਿ ਇਹ ਜੋ ਵੀ ਕਮਰੇ ਨੇ, ਸਰਾਵਾਂ ਨੇ, ਇਹ ਤੁਸੀਂ ਆਪਣੇ ਲਈ ਨਹੀਂ ਬਣਾ ਰਹੇ, ਤੁਸੀਂ ਸਾਧ ਸੰਗਤ ਵਾਸਤੇ ਤਿਆਰ ਕਰ ਰਹੇ ਹੋ। ਤੁਹਾਡੇ ਇਸ ਪਰਉਪਕਾਰ ਜਾਂ ਪੁੰਨ ਦੀ ਕਦੇ ਵੀ ਤੋਟ ਨਹੀਂ ਆਵੇਗੀ। ਇਉਂ ਉਹ ਫਕੀਰ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਵਿਦਾ ਹੋ ਗਿਆ। ਸੋ ਭਾਵ ਇਹ ਹੈ ਕਿ ਉਹ ਸਵਰਗ ਵਿੱਚ ਬੈਠਾ ਹੋਇਆ ਵੀ ਮਨੁੱਖਾ ਜਨਮ ਨੂੰ ਤਰਸ ਰਿਹਾ ਹੈ। ਅੱਜ ਕੱਲ੍ਹ ਇੱਕ ਨਵਾਂ ਹੀ ਕੰਮ ਚੱਲਿਆ ਹੈ। ਆਮ ਗ੍ਰਸਤੀ ਬੰਦਾ ਤੇ ਰੈਂਟ ਤੇ ਕਮਰੇ ਚੜਾਉਂਦਾ, ਉਹਦਾ ਕਿਰਾਇਆ ਤਾਂ ਮਹੀਨੇ ਦਾ 1500, ਤੇ ਗੁਰੂ ਘਰਾਂ ਦੇ ਕਮਰੇ ਇੱਕ ਇੱਕ ਦਿਨ ਦਾ ਘੱਟ ਤੋਂ ਘੱਟ 500 ਰੁਪਈਆ ਕਿਰਾਇਆ। ਦੱਸੋ, ਗੋਲਕ ਦੀ ਮਾਇਆ ਸੰਗਤਾਂ ਕੋਲੋਂ ਉਗਰਾ ਕੇ ਬਿਲਡਿੰਗ ਬਣਾਈ ਹੈ। ਕਲਕੱਤੇ ਮੈਂ 700 ਰੁਪਈਆ ਦੇ ਕੇ ਰਿਹਾ, ਨਿੱਕੀ ਜੀ ਕਮਰੇ, 2 ਬੰਦਿਆਂ ਵਾਸਤੇ, ਤੀਜਾ ਹੇਠਾਂ ਸੁੱਤਾ, 700 ਰੁਪਈਆ। ਸੱਤੂ ਤਾਂ 21,000 ਇੱਕ ਮਹੀਨੇ ਦਾ ਹੈ। ਗੁਰਦੁਆਰਾ ਜਿੰਨੇ ਪੁੰਜੇ ਹਾਲ 'ਚ ਸੌਣਾ, 100 ਰੁਪਈਆ ਉਹਦਾ, 3000 ਤਾਂ ਉਹਦਾ ਹੀ ਬਣ ਗਿਆ। ਪੁੱਛਣ ਵਾਲੇ ਪੁੱਛੋਗੇ ਜੀ ਰੋਟੀ ਖਾਂਦੇ ਨੇ, ਰੋਟੀ ਬੰਦਾ ਪੁੱਛੇ ਵੀ ਤੂੰ ਘਰੋਂ ਖਵਾਉਣਾ। ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਇਹ ਮਹਾਰਾਜ ਦਾ ਘਰ ਹੈ, ਸੱਚੇ ਪਾਤਸ਼ਾਹ ਜੀ ਦਾ। ਇਹਨੂੰ ਕਮਰਸ਼ੀਅਲ ਰੂਪ ਦੇ ਵਿੱਚ ਵਰਤਣਾ ਬਹੁਤ ਵੱਡਾ ਪਾਪ ਹੈ। ਭਾਵੇਂ ਕਿ ਆਪਾਂ ਸੋਚਦੇ ਹਾਂ ਕਿ ਗੁਰੂ ਘਰ ਵਿੱਚ ਹੀ ਕਮਾਈ ਲੱਗਦੀ ਹੈ, ਪਰ ਨਹੀਂ, ਸਾਡਾ ਮਨ ਲਾਲਚੀ ਹੈ ਔਰ ਨੀਵੀਂ ਤੇ ਸੌੜੀ ਸੋਚ ਹੈ। ਗੁਰਦੁਆਰਿਆਂ ਦੇ ਕਮਰਿਆਂ ਦਾ ਇੱਕ ਨਵਾਂ ਧੇਲਾ ਵੀ ਕਿਰਾਇਆ ਨਹੀਂ ਹੋਣਾ ਚਾਹੀਦਾ। ਹਾਂ, ਵੇਖ ਚਾਹ ਕੇ ਦਿੱਤੇ ਜਾਣ ਲੋੜਵੰਦ ਨੂੰ, ਪਰਦੇਸੀ ਨੂੰ, ਜੋ ਯਾਤਰਾ ਕਰਨ ਆਏ ਨੇ, ਤੇ ਲਿਖ ਕੇ ਤਾਂ ਪਹਿਲਾਂ ਹੀ ਲਾਇਆ ਹੋਇਆ ਵੀ 3 ਦਿਨ ਤੋਂ ਵੱਧ ਨਹੀਂ ਰਹਿ ਸਕਦੇ। ਕਿੰਨਾ ਕੁ ਕੋਈ ਰਹਿ ਲਏਗਾ? ਕੋਈ ਮਜਬੂਰ ਬੰਦਾ ਹੀ ਰਹਿੰਦਾ, ਜਿਹਨੂੰ ਮਹਾਰਾਜ ਨੇ ਆਪ ਦਾ ਦਿੱਤਾ, ਉਹ ਕਦ ਰਹੇਗਾ? ਇਸ ਲਈ ਸਾਫ ਸਫਾਈ ਤਾਂ ਸੰਗਤਾਂ ਹੀ ਕਰਦੀਆਂ। ਜੇ ਦਰਬਾਰ ਸਾਹਿਬ ਕਰਦੀਆਂ ਤੇ ਕਮਰਿਆਂ ਦੀ ਕਿੱਡੀ ਕੁ ਵੱਡੀ ਆ। ਅਖੇ ਜੀ ਸਫਾਈ ਦਾ ਖਰਚਾ ਜੀ, ਫਿਰ ਕਹਿੰਦੇ ਬਿੱਲ ਦਾ ਏਡਾ ਵੱਡਾ ਬਿੱਲ ਗੁਰਦੁਆਰੇ ਦਾ, ਤੇ ਕਮਰਿਆਂ ਦਾ ਕਿੱਡਾ ਕੁ ਵੱਡਾ ਆ ਜਾਊਗਾ। ਇਸ ਵਾਸਤੇ ਸਾਧ ਸੰਗਤ ਲਈ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਮਰਜ਼ਾਦਾ ਹੈ ਵੀ ਲੰਗਰ ਵੀ ਫਰੀ ਤੇ ਕਮਰਾ ਵੀ ਫਰੀ। ਚੰਡੀਗੜ੍ਹ 'ਚ ਤਾਂ ਮੈਂ ਨਵਾਂ ਹੀ ਕੰਮ ਵੇਖਿਆ, ਜਿੰਨੇ ਪਰਚੀ ਕਟਾਈ ਹੋਊਗੀ ਕਮਰੇ ਦੀ, ਥਾਲੀ ਉਹਨੂੰ ਮਿਲੂਗੀ ਰੋਟੀ ਦੀ। ਜੇ ਗੁਰੂ ਨਾਨਕ ਸਾਹਿਬ ਆ ਕੇ ਪੁੱਛ ਲੈਣ ਵੀ ਭਲਿਓ ਮਾਨਸੋ, ਤੁਸੀਂ ਇਸ ਦਾ ਜਵਾਬ ਦਿਓ ਵੀ ਕਿਹੜੇ ਕੰਮ 'ਚ ਲੱਗੇ ਹੋਏ ਹੋ। ਸਾਡੇ ਕੋਲ ਕੋਈ ਉੱਤਰ ਨਹੀਂ ਹੈ। ਮੈਂ ਹਜੂਰ ਸਾਹਿਬ ਜਾਂਦਿਆਂ ਰਸਤੇ ਦੇ ਵਿੱਚ ਕਈਆਂ ਜਗ੍ਹਾ ਤੇ ਸੰਤਾਂ ਮਹਾਤਮਾ ਦੇ ਆਸ਼ਰਮ ਦੇਖੇ ਨੇ, ਜਿੱਥੇ ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਹੁੰਦਾ। ਟਰੱਕ ਡਰਾਈਵਰਾਂ ਨੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਇੰਨੀ ਸੇਵਾ ਕੀਤੀ ਵੀ ਉਹਨਾਂ ਨੇ ਆਪਦੀ ਮਾਇਆ ਨਾਲ ਹੀ ਗੁਰਦੁਆਰੇ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ। ਉੱਥੇ ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ, ਨਹਾਉਣ ਧੋਣ ਦਾ, ਗੱਡੀਆਂ ਖਿਲਾਰਨ ਦਾ। ਸੋ ਬਾਲਟੀ ਭਾਵੇਂ ਪਾਣੀ ਦੀ, ਚਾਹ ਦੀ ਰੱਖ ਕੇ ਸੜਕ 'ਤੇ ਖਲੋ ਜਾਏ, ਗੁਰਦੁਆਰਾ ਤਾਂ ਉੱਥੇ ਬਣ ਜਾਂਦਾ। ਸੰਗਤਾਂ ਕਾਮਧੇਨ ਗਾਂ ਦੀ ਤਰ੍ਹਾਂ ਹਨ। ਕੈਨੇਡਾ ਦੇ ਵਿੱਚ ਉੱਥੇ ਵੀ ਕਾਫੀ ਸ਼ਕਤੀ। ਮੈਂ ਸੋਚਣਾ ਮਨਾ, ਕੋਈ ਮਜਬੂਰ ਬੰਦਾ ਹੈ, ਕਹਿਣਾ ਉਹ ਜਣੇ ਕੋਈ ਨਹੀਂ, ਬਿਨਾਂ ਹੀ ਪੁੱਛਣ ਤੋਂ ਕਹਿਣਾ ਵੀ ਉੱਥੇ ਪਾਸੇ ਹੋ ਕੇ ਪੈ ਜਾ।
ਸੋ ਜਿਹੜੇ ਉੱਥੇ ਜਾਂਦੇ ਹਨ ਮੌਂਟਰੀਅਲ, ਉਹਨਾਂ ਨੇ ਆਪ ਦਾ ਵੱਖਰਾ ਹੀ ਗੁਰਦੁਆਰਾ ਬਣਾਤਾ ਵੀ ਪ੍ਰਬੰਧਕ ਰਹਿਣ ਨਹੀਂ ਦਿੰਦੇ। ਮੌਂਟਰੀਅਲ ਗੁਰਦੁਆਰੇ ਸਾਹਿਬ ਦਾ ਇਹ ਨਿਯਮ ਹੈ ਵੀ ਉੱਥੇ ਕੋਈ ਨਹੀਂ ਪੁੱਛਦਾ, ਜਿੰਨੇ ਦਿਨ ਮਰਜ਼ੀ ਕੋਈ ਰਹੇ, ਕੋਈ ਕਮਰੇ ਦਾ ਕਿਰਾਇਆ ਨਹੀਂ, ਕੋਈ ਗੁਰੂ ਕੇ ਲੰਗਰ ਬਾਰੇ ਨਹੀਂ ਪੁੱਛੂਗਾ, ਕਿਉਂਕਿ ਬਣਾਇਆ ਹੀ ਉਹਨਾਂ ਨੇ ਜਿਹੜੇ ਦੁਖੀ ਤੰਗ ਪਰੇਸ਼ਾਨ ਬਾਹਰੋਂ ਆਏ ਸੀਗੇ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਸ ਮਨੁੱਖਾ ਜਨਮ ਦਾ ਇਹ ਲਾਭ ਹੈ। ਗ੍ਰਸਤੀ ਨੂੰ ਆਗਿਆ ਹੈ ਕਿ ਆਪ ਦੇ ਘਰੋਂ ਕਿਸੇ ਲੋੜਵੰਦ ਨੂੰ, ਸੰਤਾਂ ਮਹਾਤਮਾ ਨੂੰ ਪ੍ਰਸ਼ਾਦਾ ਛਕਾਏ ਤੇ ਮਜਬੂਰ ਬੰਦੇ ਨੂੰ ਕਿਤੇ ਐਮਰਜੈਂਸੀ ਲੋੜਵੰਦ ਨੂੰ ਰਹਿਣ ਦੀ ਜਗ੍ਹਾ ਦੇ। ਗੁਰੂ ਘਰ ਤਾਂ ਹੈ ਹੀ ਰੱਬ ਦਾ ਘਰ, ਇੱਥੇ ਤਾਂ ਬੜਾ ਕਿਰਾਇਆ ਭਾੜਾ ਲੈਣਾ ਜਾਂ ਮੁੱਲ ਲੈਣਾ ਇਹ ਬਿਲਕੁਲ ਮਨਾ ਹੈ। ਸਭ ਕੁਝ ਪੁੰਨ ਅਰਥ ਹੋਣਾ ਚਾਹੀਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖਾ ਦੇ ਇਹ ਜਿਹੜੀ ਪ੍ਰਾਪਤ ਹੋਈ ਤਾਂ ਸਫਲ ਹੈ ਜੇ ਮਹਾਰਾਜ ਦੀ ਸੇਵਾ ਕੀਤੀ ਜਾਊ, ਭਗਤੀ ਕੀਤੀ ਜਾਊਗੀ। ਸੇਵਾ ਦੇ ਨਾਮ ਤੇ ਕਮਾਈ ਕਰਨੀ ਮਨਾ ਹੈ। ਜਿਵੇਂ ਸੰਤਾਂ ਮਹਾਤਮਾ ਦਾ ਵੀ ਇਹ ਅੱਜ ਕੱਲ੍ਹ ਨਵਾਂ ਹੀ ਕਾਰਜ ਹੈ। ਹਸਪਤਾਲ ਬਣਾਉਂਦੇ ਨੇ ਗਰਾਈ ਕਰਕੇ ਸੰਗਤਾਂ ਦੇ ਕੋਲੋਂ, ਤੇ ਫੀਸਾਂ ਮੋਟੀਆਂ ਮੋਟੀਆਂ ਰੱਖ ਕੇ ਤੇ ਕਮਾਈ ਦਾ ਸਾਧਨ ਸ਼ੁਰੂ ਕਰ ਲੈਂਦੇ। ਹੋਰ ਸਕੂਲ ਕਾਲਜ ਆਦਿਕ ਸੰਗਤ ਦੀ ਮਾਇਆ ਨਾਲ ਬਣਦੇ ਨੇ। ਸਾਡੇ ਅੰਮ੍ਰਿਤਸਰ ਵੀ ਗੁਰੂ ਰਾਮਦਾਸ ਕਾਲਜ ਵੀ ਹੈ ਤੇ ਹੌਸਪੀਟਲ ਵੀ ਹੈ। ਜਿਹੜੇ ਮੈਡੀਕਲ ਕਾਲਜ ਨੇ 50-50 ਲੱਖ ਰੁਪਈਆ ਡੋਨੇਸ਼ਨ ਹੈ। ਜਿੰਨਾ ਚਿਰ ਬੱਚਾ 50 ਲੱਖ ਰੁਪਈਆ ਜਮ੍ਹਾਂ ਨਹੀਂ ਕਰਾਊਗਾ ਉਹਨੂੰ ਐਡਮਿਸ਼ਨ ਨਹੀਂ ਮਿਲੂਗੀ। ਫੀਸ ਵੱਖਰੀ, ਰੋਟੀ ਪਾਣੀ ਦਾ ਰਹਿਣ ਦਾ ਖਰਚਾ ਵੱਖਰਾ। ਪਰ ਜੋ ਮੈਂਬਰਾਂ ਦੇ ਕੋਟੇ ਵਿੱਚ ਬੱਚੇ ਜਾਂਦੇ ਨੇ 30 ਲੱਖ ਤਾਂ ਉਹ ਵੀ ਲੈ ਕੇ ਫਿਰ ਸਿਫਾਰਿਸ਼ ਦੀ ਸੀਟ ਦਵਾਉਂਦੇ। ਹੌਸਪੀਟਲ ਦੇ ਵਿੱਚ ਵੀ ਐਸਾ ਹੀ ਹੈ। ਜੋ ਬਾਹਰ ਚੱਲਦਾ ਟੈਸਟਾਂ ਦੇ ਉੱਪਰ ਪੈਸੇ ਉਜਾੜਨੇ, ਦਵਾਈਆਂ 'ਚ ਕਮਿਸ਼ਨ ਖਾਣੀ, ਬਿਲਕੁਲ ਸੇਮ ਕਮਰਸ਼ੀਅਲ ਦੁਨੀਆ ਮਾਂ। ਪੈਸਾ ਗੁਰਦੁਆਰੇ ਦਾ। ਬਿਲਡਿੰਗ ਦੀ ਸੇਵਾ ਸੰਗਤਾਂ ਨੇ ਕੀਤੀ। ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਸੰਗਤਾਂ ਲਿਆ ਟੋਕਰੀ ਢੋ ਕੇ ਤੇ ਕਮਾਈ ਦਾ ਬੜਾ ਮਤਲਬ ਕੀ ਹੋਇਆ। ਉੱਥੇ ਤਾਂ ਲੋੜਵੰਦ ਦੀ ਲੋੜ ਪੂਰੀ ਹੋਣੀ ਚਾਹੀਦੀ। ਇਹਦੇ ਨੂੰ ਤਾਂ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਹੀ ਚੰਗੇ ਨੇ, ਜਿਹੜੇ ਡਾਂਗ ਤੇ ਡੇਰਾ। ਕੋਈ ਗੋਲਕ ਦਾ ਉਹਨਾਂ ਕੋਲ ਸਾਧਨ ਨਹੀਂ ਸੀਗਾ, ਕੋਈ ਕਮਾਈ ਦਾ ਸਾਧਨ ਨਹੀਂ। ਉਹਨਾਂ ਆਪ ਦੇ ਬਲਬੂਤੇ ਤੇ ਹੀ ਸੰਗਤਾਂ ਦੇ ਸਹਿਯੋਗ ਨਾਲ ਉਹ ਵੇਖੋ ਅੱਜ ਵੀ ਪਿੰਗਲਵਾੜਾ ਫ੍ਰੀ ਚੱਲ ਰਿਹਾ। ਸੋ ਜਿਹੜੇ ਲੂਲੇ ਲੰਗੜੇ ਪਿੰਗਲੇ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ। ਤੋ ਗੁਰੂ ਘਰਾਂ ਦੇ ਵਿੱਚ ਨਾ ਤਾਂ ਹੌਸਪੀਟਲ ਦੀ ਪਰਚੀ, ਨਾ ਡਾਕਟਰ ਦੀ ਫੀਸ, ਨਾ ਦਵਾਈ ਦਾ ਖਰਚਾ, ਨਾ ਬੱਚਿਆਂ ਦੀ ਪੜ੍ਹਾਈ ਦੀ ਫੀਸ, ਨਾ ਕਮਰੇ ਦਾ ਕਿਰਾਇਆ ਹੋਣਾ ਚਾਹੀਦਾ। ਜਿਹੜਾ ਇਹ ਲੈਂਦਾ ਉਹ ਪਾਪ ਕਰ ਰਿਹਾ ਔਰ ਉਹਨੂੰ ਲੇਖਾ ਦੇਣਾ ਪਊਗਾ। ਮਹਾਰਾਜ ਉਹਦੇ ਕੋਲ ਜਵਾਬ ਮੰਗੂਗਾ। ਗੁਰੂ ਮਹਾਰਾਜ ਕਥਨ ਕਰਦੇ ਹਨ, ਇਸ ਦੇਹੀ ਕਉ ਸਿਮਰਹਿ ਦੇਵਾ। ਇਹ ਜਿਹੜੀ ਮਨੁੱਖਾ ਦੀ ਹੈ ਇਹਨੂੰ ਤਾਂ ਦੇਵਤੇ ਵੀ ਚਾਹੁੰਦੇ ਨੇ ਕਿ ਰੱਬ ਸਾਨੂੰ ਬੰਦਾ ਬਣਾਏ ਤੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਾਏ। ਆਪਾਂ ਵੀ ਗੁਰੂ ਘਰ ਦੀ ਸੇਵਾ ਕਰੀਏ। ਸੋ ਦੇਹੀ ਭਜ ਹਰਿ ਕੀ ਸੇਵਾ। ਇਸ ਲਈ ਹਰੀ ਦੀ ਸੇਵਾ ਕਰਕੇ ਭਜਨ ਕਰਕੇ ਤੇ ਇਹ ਜਿਹੜੀ ਮਨੁੱਖਾ ਦੇਹੀ ਹੈ ਇਸ ਨੂੰ ਸਫਲ ਕਰ ਲਵੋ ਭਾਈ। ਭਜਹੁ ਗੋਬਿੰਦਾ ਭੂਲ ਮਤ ਜਾਹੋ। ਸੋ ਦੇਹੀ ਉਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਭਜ ਹਰਿ ਕੀ ਸੇਵ, ਜਿਸ ਵਿੱਚ ਹਰੀ ਪਰਮਾਤਮਾ ਦੀ ਭਗਤੀ ਰੂਪ ਟਹਿਲ ਅਤੇ ਜਸ ਨੂੰ ਸੇਵਨਾ ਜਪਨਾ ਕਰੋ ਜਾਂ ਹਰੀ ਦਾ ਭਜਨ ਕਰੋ। हे ਭਾਈ ਗੋਬਿੰਦ ਪਰਮਾਤਮਾ ਨੂੰ ਭਜੋ, ਸਿਮਰਨਾ ਕਰੋ। ਮੈਂ ਪੌਂਟਾ ਸਾਹਿਬ ਗੁਰਦੁਆਰੇ ਸਾਹਿਬ ਦੀ ਮੈਨੇਜਮੈਂਟ ਦਾ ਨਿਯਮ ਵੇਖਿਆ। ਉਹ ਕਮਰੇ ਦਾ ਕਿਰਾਇਆ ਨਹੀਂ ਲੈਂਦੇ, ਕਹਿੰਦੇ ਸਾਰੇ ਲੈਂਦੇ ਨੇ ਪਰ ਆਪਾਂ ਨਹੀਂ ਲਾਂਗੇ ਕਿਉਂਕਿ ਮਹਾਰਾਜ ਦਾ ਘਰ ਹੈ। ਪੌਂਟਾ ਸਾਹਿਬ ਤੁਸੀਂ ਜਾਓਗੇ ਤੁਹਾਨੂੰ ਫ੍ਰੀ ਕਮਰਾ ਮਿਲੂਗਾ। ਆ ਲੁਧਿਆਣੇ ਕਿੰਨੀ ਕੁ ਦੂਰ ਹੈ ਗੁਰਦੁਆਰਾ ਦੁੱਖ ਨਿਵਾਰਨ, ਇੱਥੇ ਵੀ
500-700 ਰੁਪਈਆ ਕਿਰਾਇਆ ਰੱਖਿਆ ਹੋਇਆ ਹੈ। ਚੰਡੀਗੜ੍ਹ ਦਾ ਕੋਈ ਗੁਰੂ ਘਰ ਫਰੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਭਾਈ ਸੇਵਾ ਕਰੋ ਤੇ ਭਜਨ ਕਰੋ। ਜਿਹੜਾ ਹੈ ਹੀ ਭਜਨ ਤੇ ਸੇਵਾ ਦਾ ਸਥਾਨ, ਉੱਥੇ ਕਮਾਈ ਦਾ ਸਾਧਨ ਨਹੀਂ ਹੋਣਾ ਚਾਹੀਦਾ। ਇਸ ਗੱਲ ਨੂੰ ਮਤਾ ਤੁਸੀਂ ਵਿਸਰ ਜਾਵੋ, ਭੁੱਲ ਜਾਵੋ। ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਇਹੀ ਲਾਭ ਹੈ। ਆ ਫਤਿਹਗੜ੍ਹ ਸਾਹਿਬ ਜੋੜ ਮੇਲਾ ਲੱਗਦਾ ਹੈ। ਵਿਚਾਰੇ ਗਰੀਬ ਗੁਰਬੇ ਤੱਪੜ ਵਿਛਾ ਕੇ ਨਿੱਕੇ ਨਿੱਕੇ ਖਿਡੌਣੇ 10-10 5-5 ਦੇ ਵੇਚਦੇ ਨੇ। ਉੱਥੇ ਮੈਂ ਵੇਖਿਆ ਵੀ ਨਿਕੰਮੇ ਬੰਦੇ ਗਲ 'ਚ ਝੋਲਾ ਪਾ ਕੇ ਐਡੇ ਭੁੱਖੇ ਲੋਕ, ਉਹਨਾਂ ਕੋਲ ਰੁਪਈਆ ਘਰਾਉਂਦੇ ਹੋਣਗੇ ਵੀ ਲਿਆਓ ਤੁਸੀਂ ਦੁਕਾਨ ਲਾਈਏ। ਤੱਪੜ ਵਿਛਾ ਕੇ ਮਿੱਟੀ ਕੱਟੇ ਜਗਲੇ ਬੈਠੇ ਸਾਰੀ ਦਿਹਾੜੀ। ਸੰਗਤ ਨੇ ਖਰੀਦਾ ਫਰੋਖਤ ਕੀਤੀ ਤੇ ਪਰ ਉਹਦਾ ਵੀ ਕਿਰਾਇਆ ਹੈ। ਝੋਲਾ ਫੜ ਕੇ ਸ਼ਾਮ ਨੂੰ ਝੋਲੇ 'ਚ ਪਾਉਂਦੇ ਨੇ, ਭਰਦੇ ਨੇ। ਪਤਾ ਨਹੀਂ ਕਿੱਥੇ ਪੈਸਾ ਲੈ ਕੇ ਜਾਣਾ ਦੁਨੀਆ ਨੇ। ਕੋਈ ਵੀ ਪੁੰਨ ਅਰਥ ਨਹੀਂ, ਕੋਈ ਸੇਵਾ ਨਹੀਂ। ਸਭ ਕੋਈ ਨਾ ਕੋਈ ਮਤਲਬ ਹੈ। ਸਾਡਾ ਆਪ ਦਾ ਪ੍ਰਯੋਜਨ ਹੈ। ਮਹਾਰਾਜ ਕਹਿੰਦੇ ਵੀ ਬੰਦਾ ਬਣਨ ਦਾ ਕੀ ਫਾਇਦਾ, ਕੀ ਲਾਭ ਹੈ। ਲੋਕ ਵੇਖੋ ਕਿੱਥੋਂ ਅਮਰੀਕਾ ਤੋਂ ਲੰਗਰ ਲਾ ਰਹੇ ਨੇ ਕਿਸਾਨਾਂ ਵਾਸਤੇ। ਸੜਕਾਂ ਦੇ ਉੱਪਰ ਜਿਹੜੇ ਬੈਠੇ ਹੋਏ ਤੋ ਬੜੇ ਬੜੇ ਪਰਉਪਕਾਰੀ ਗ੍ਰਸਤੀ ਬੰਦੇ, ਤੇ ਆਪਾਂ ਗੁਰੂ ਘਰ ਦੇ ਵਿੱਚ ਮਨ ਲਾਲਚੀ ਕੀਤਾ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ ਵੀ ਮਨੁੱਖਾ ਜਨਮ ਦਾ ਇਹ ਲਾਭ ਹੈ, ਕਿਸੇ ਦੇ ਬੰਦਾ ਕੰਮ ਆਵੇ। ਜਿਹੜਾ ਹੈ ਹੀ ਗੁਰਦੁਆਰੇ ਦਾ, ਉਹਦੀ ਤਾਂ ਭਲਾ ਪਣਤ ਕੀ ਕਰਨੀ। ਉਹ ਤਾਂ ਹੈ ਹੀ ਸਭਨਾਂ ਦੇ ਵਾਸਤੇ ਸਾਂਝਾ, ਸਭਨਾਂ ਦੇ ਕੰਮ ਵਾਸਤੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਜਬ ਲਗ ਜਰਾ ਰੋਗ ਨਹੀਂ ਆਇਆ। ਮਹਾਰਾਜ ਕਹਿੰਦੇ ਜਦੋਂ ਤੱਕ ਬੁਢੇਪੇ ਦਾ ਰੋਗ ਨਹੀਂ ਆਇਆ, ਹੱਥ ਕੰਬਣ ਨਹੀਂ ਲੱਗੇ, ਉਦੋਂ ਤੱਕ ਸੇਵਾ ਕਰੋ। ਤੇ ਜਦੋਂ ਦੁੱਧ ਦਾ ਪਾਣੀ ਦਾ ਗਲਾਸ ਹੀ ਫੜਿਆ ਡਿੱਗ ਪੈਣਾ, ਉਦੋਂ ਸੇਵਾ ਕੀ ਕਰੋਗੇ। ਭਾਵ ਬਿਰਧ ਅਵਸਥਾ ਜਦੋਂ ਤੱਕ ਨਹੀਂ ਆਈ, ਉਦੋਂ ਤੱਕ ਭਜਨ ਬੰਦਗੀ ਤੇ ਸੇਵਾ ਕਰੋ। ਜਬ ਲਗਾ ਕਾਲ ਗ੍ਰਸੀ ਨਹੀਂ ਕਾਇਆ। ਜਦੋਂ ਤੱਕ ਮੌਤ ਨੇ ਕਾਇਆ ਦੇਹ ਨਹੀਂ ਖਾਣਾ ਕੀਤੀ। ਮਤਲਬ ਜੇ ਬਜ਼ੁਰਗ ਅਵਸਥਾ ਆ ਗਈ ਤਾਂ ਵੀ ਸਗੋਂ ਵਧੀਆ ਹੈ, ਸਾਰੇ ਕੰਮਾਂ ਤੋਂ ਵਿਹਲੇ ਹੋ ਗਏ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਾਂਗ ਜਿਨ੍ਹਾਂ 84 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਪ੍ਰਾਰੰਭ ਕੀਤੀ। 72 ਸਾਲ ਦੀ ਉਮਰ ਤੋਂ 84 ਸਾਲ ਦੀ ਉਮਰ ਤੱਕ ਤਾਂ ਸੇਵਾ ਨਿਭਾਈ ਸਿੱਖ ਰੂਪ ਦੇ ਵਿੱਚ। ਫਿਰ 84 ਸਾਲ ਦੀ ਉਮਰ ਤੋਂ ਬਾਅਦ 105 ਸਾਲ ਦੀ ਉਮਰ ਤੱਕ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ। ਇਸ ਲਈ ਮਹਾਰਾਜ ਕਹਿੰਦੇ ਵੀ ਜੇ ਬਜ਼ੁਰਗ ਹੋ ਗਏ ਤਾਂ ਕੋਈ ਵੱਡੀ ਬਾਤ ਨਹੀਂ। ਜਦੋਂ ਤੱਕ ਇਹ ਜਿਹੜੀ ਸਾਰੀ ਕਾਇਆ ਦੇਹ ਹੈ, ਮੌਤ ਨੇ ਨਹੀਂ ਖਾਣਾ ਕੀਤੀ, ਉਦੋਂ ਤੱਕ ਭਜਨ ਕਰੋ। ਜਪ ਲਾਗਾ ਬਿਕਲ ਭਈ ਨਹੀਂ ਬਾਨੀ। ਜਦੋਂ ਤੱਕ ਬੋਲੀ ਵਿਆਕੁਲ ਨਹੀਂ ਹੋਈ, ਭਾਵ ਕੰਠ ਨਹੀਂ ਰੁਕਿਆ, ਸੋ ਗਲਾ ਨਹੀਂ ਰੁਕਿਆ ਹੈ। ਬਾਜਲੇ ਰੇ ਮਨ ਸਾਰਿਗ ਪਾਨੀ। ਇਹ ਮਨ ਤਦੋਂ ਤੱਕ ਸਾਰੰਗਨਾਮੇ ਧਨਖ ਨੂੰ ਪਕੜਨ ਵਾਲੇ ਪਰਮਾਤਮਾ ਨੂੰ ਭਜ ਲੈਣਾ ਕਰ, ਸੇਵ ਲੈਣਾ ਕਰ। ਸੋ ਜਦੋਂ ਗਲਾ ਰੁਕ ਗਿਆ, ਰੂਧਾ ਕੰਠ ਸ਼ਬਦ ਨਹੀਂ ਉਚਰੇ। ਇੱਥੇ ਸ਼ਬਦ ਨਾਮ ਹੈ ਆਵਾਜ਼ ਦਾ। ਗਲਾ ਰੁਕ ਗਿਆ, ਵਿੱਚੋਂ ਆਵਾਜ਼ ਨਹੀਂ ਨਿਕਲੇਗੀ। ਕਿਆ ਕੋ ਕਰੇ ਪ੍ਰਾਨੀ, ਦੱਸੋ ਪ੍ਰਾਣੀ ਕੀ ਕਰੇਗਾ। ਕੁਛ ਨਹੀਂ ਕਰ ਪਾਉਣਾ। ਆਪਨਾ ਭਜਸ ਭਜਸ ਕਬ ਪਾਈ। ਇਹ ਮੇਰੇ ਭਰਾਵੋ, ਜੇਕਰ ਹੁਣ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦਾ ਤੁਸੀਂ ਭਜਨ ਨਹੀਂ ਕਰੋਗੇ ਜਾਂ ਭਜਨ ਨਹੀਂ ਕਰਦਾ, ਫਿਰ ਕਦੋਂ ਭਜਨਾ ਜਪਣਾ ਕਰੇਗਾ। ਆਵੇ ਅੰਤ ਨਾ ਭਜਿਆ ਜਾਈ। ਜਦੋਂ ਅਖੀਰ ਦਾ
ਦਾ ਸਮਾਂ ਆ ਜਾਂਦਾ, ਉਸ ਸਮੇਂ ਪ੍ਰਭੂ ਭਜਿਆ ਸੇਵਿਆ ਸਿਮਰਿਆ ਨਹੀਂ ਜਾਂਦਾ। ਜੋ ਕਿਛ ਕਰਹਿ ਸੋਈ ਅਬਸਾਰ। ਹੁਣ ਜਿਹੜਾ ਕੁਝ ਵੀ ਸਿਮਰਨ ਭਜਨ ਕਰੇਗਾ ਉਹੀ ਹੁਣ ਸੰਭਾਲਣਾ ਕਰ, ਉਹੀ ਸ੍ਰੇਸ਼ਟ ਹੈ, ਸਫਲ ਹੋ ਜਾਵੇਗਾ। ਭਾਵੇਂ 5 ਮਿੰਟ ਕੱਢ, ਜਦੋਂ ਤੱਕ ਚੜ੍ਹਾਈ ਕਰਨਾ ਕਿੰਨੇ ਮਿੰਟ ਜਮ੍ਹਾਂ ਹੋ ਜਾਣਗੇ। ਫਿਰ ਪਛਤਾਵਹੁ ਨਾ ਪਾਵਹੁ ਪਾਰ। ਜਦੋਂ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ ਮੁੜ ਕੇ ਪਛਤਾਤਾਪ ਹੀ ਕਰੇਗਾ, ਪਰ ਸੰਸਾਰ ਤੋਂ ਪਾਰ ਹੋ ਕੇ ਮੁਕਤੀ ਦਾ ਪਾਰਲਾ ਕਿਨਾਰਾ ਨਹੀਂ ਉਹ ਪਾ ਸਕੇਗਾ। ਇਸ ਲਈ ਹੁਣ ਹੀ ਭਜਨ ਦਾ ਸਮਾਂ ਹੈ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆਏਗਾ ਉਦੋਂ ਤੇਰੇ ਕੋਲ ਭਜਨ ਨਹੀਂ ਹੋਣਾ। ਕਬੀਰ ਕਾਲ ਕਰਨ ਦਾ ਅਬੈ ਕਰ, ਅਬ ਕਰਤਾ ਸੋਈ ਤਾਲ। ਪਾਸ਼ਾ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਰ। ਇਸ ਲਈ ਕਬੀਰ ਏਕ ਘੜੀ ਆਧੀ ਘੜੀ, ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸ਼ਟ, ਜੋ ਕੀਨੇ ਸੋ ਲਾਭ। ਭਾਵੇਂ ਅੱਧੀ ਘੜੀ, ਉਹਦੀ ਤੋਂ ਵੀ ਅੱਧੀ ਸਮਾਂ ਘੜੀ ਸਮਾਂ ਸਫਲ ਕਰ, ਪਰ ਭਜਨ ਜ਼ਰੂਰ ਕਰ। ਸੋ ਸੇਵਕਾਂ ਜੋ ਲਾਇਆ ਸੇਵਾ। ਭਾਈ ਉਹੀ ਪਰਮਾਤਮਾ ਦਾ ਅਸਲ ਸੇਵਕ ਦਾਸ ਹੈ, ਜਿਹੜਾ ਪ੍ਰਭੂ ਨੇ ਆਪਣੀ ਭਗਤੀ ਰੂਪ ਟਹਿਲ ਦੇ ਵਿੱਚ ਲਾਉਣਾ ਕੀਤਾ ਹੈ। ਤਿਨ ਹੀ ਪਾਏ ਨਿਰੰਜਨ ਦੇਵ। ਜਿਸ ਨੇ ਹੀ ਪ੍ਰਕਾਸ਼ ਰੂਪ ਤੇ ਸ਼ੁੱਧ ਸਰੂਪ ਪ੍ਰਭੂ ਜੀ ਪ੍ਰਾਪਤ ਕੀਤੇ ਹਨ। ਗੁਰ ਮਿਲ ਤਾਕੇ ਖੁੱਲੇ ਕਬਾਟ। ਗੁਰਾਂ ਨਾਲ ਮਿਲ ਕੇ ਤਾਂ ਉਸ ਮਨੁੱਖ ਦੇ ਪੰਜਾਂ ਕੋਸ਼ਾਂ ਆਸਾ ਅੰਦੇਸਾ ਰੂਪ ਤਖਤੇ ਖੁੱਲ ਗਏ ਹਨ। ਬਹੁਰ ਨ ਆਵੈ ਜੋਨੀ ਬਾਟ। ਮੁੜ ਕੇ ਉਹ ਮਨੁੱਖ 84 ਲੱਖ ਜੂਨਾਂ ਦੇ ਰਸਤਿਆਂ ਦੇ ਵਿੱਚ ਨਹੀਂ ਆਵੇਗਾ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਇਹ ਭਾਈ ਪਰਮਾਤਮਾ ਦੇ ਸਿਮਰਨ ਭਜਨ ਦਾ ਇਹੋ ਕਲਯੁਗ ਦਾ ਸਮਾਂ ਹੈ ਅਤੇ ਇਹੀ ਮਨੁੱਖਾ ਜਨਮ ਦੀ ਤੇਰੀ ਵਾਰੀ ਹੈ। ਘਟ ਭੀਤਰ ਤੂੰ ਦੇਖ ਵਿਚਾਰ। ਤੂੰ ਆਪਣੇ ਹਿਰਦੇ ਦੇ ਭੀਤਰ ਵਿੱਚ ਵਿਚਾਰ ਕਰਕੇ ਨਿਰਣਾ ਕਰਕੇ ਵੇਖਣਾ ਕਰ। ਕਹਿਤ ਕਬੀਰਾ ਜੇਤ ਕਹਿ ਹਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਨਿਰਪੱਖ ਬਚਨ ਕਹਿੰਦੇ ਹਾਂ। ਚਾਹੇ ਹੁਣ ਭਜਨ ਕਰਕੇ ਮਨੁੱਖਾ ਜਨਮ ਜਿੱਤ ਲੈਣਾ ਕਰ, ਤੇ ਜਾਂ ਵਿਸ਼ਿਆਂ ਵਿੱਚ ਲੱਗ ਕੇ ਹਾਰ ਜਾਣਾ ਕਰ। ਇਹ ਹੁਣ ਫੈਸਲਾ ਤੇਰੇ ਹੱਥ ਵਿੱਚ। ਬਾਜ਼ਾਰ ਦੇ ਵਿੱਚ ਦੁਕਾਨਾਂ ਸਾਰੀਆਂ ਹੁੰਦੀਆਂ ਨੇ, ਭਾਵੇਂ ਪਿਓ ਵੱਲੋਂ ਦਿੱਤੀ ਹੋਈ ਮਾਇਆ ਲਾਟਰੀਆਂ ਪਾ ਪਾ ਕੇ ਹੀ ਬਰਬਾਦ ਕਰ ਦਿਓ। ਲਾਟਰੀ ਵੀ ਇੱਕ ਜੂਆ ਹੈ। ਗੁਰਦੁਆਰੇ ਦੇ ਬੰਦਿਆਂ ਲਈ ਜੂਆ ਖੇਡਣਾ ਮਨ੍ਹਾ ਹੈ। ਵੇਖੋ ਮਹਾਭਾਰਤ ਦਾ ਯੁੱਧ ਇਹੀ ਗੱਲ ਕਾਰਨ ਬਣੀ। ਪਹਿਲਾਂ ਤਾਂ ਜੂਆ ਖੇਡ ਕੇ ਹਾਰ ਗਏ, ਮੁੜ ਕੇ ਅਗਲੇ ਨੇ ਦਿੱਤਾ ਕੁਛ ਨਹੀਂ, ਫਿਰ ਲੜਾਈ ਹੋਈ। ਧ੍ਰਿਤਰਾਸ਼ਟਰ ਵਰਗੇ ਧਰਮੀ ਪੁੱਤਰ ਵੀ ਉਹਨਾਂ ਦੀ ਮੱਤ ਮਾਰੀ ਗਈ। ਵੇਖੋ ਉਹ ਨਹੀਂ ਬਖਸ਼ੇ ਗਏ, ਜੂਏ ਵਿੱਚ ਸਭ ਕੁਛ ਹੀ ਬਰਬਾਦ ਹੋ ਗਿਆ। ਤੇ ਸਾਡੀ ਏਡੀ ਕਿਸਮਤ ਨਹੀਂ ਰੱਬ ਨੇ ਤੇਜ ਲਿਖੀ ਵੀ ਲਾਟਰੀ ਨਿਕਲ ਆਊਗੀ। ਇਸ ਵਾਸਤੇ ਜਿਹੜਾ ਜੂਆ ਖੇਡਣਾ, ਲਾਟਰੀ ਪਾਉਣੀ ਹੈ ਜਾਂ ਕੁਛ ਹੋਰ ਕੰਮਾਂ ਦੇ ਵਿੱਚ ਪੈਸਾ ਬਰਬਾਦ ਕਰਨਾ, ਅੱਜ ਕੱਲ੍ਹ ਨਵਾਂ ਹੀ ਕੰਮ ਚੱਲਿਆ। ਕੱਲ੍ਹ ਮੈਨੂੰ ਕਿਸੇ ਦਾ ਫੋਨ ਆਇਆ ਵੀ ਤੁਹਾਡੇ ਘਰ ਆਉਣਾ, ਤੇ ਮੈਨੂੰ ਉਸੇ ਵਕਤ ਸੁੱਝ ਗਈ। ਮੈਂ ਕਿਹਾ ਵੀ ਕੋਈ ਸਕੀਮ ਲੈ ਕੇ ਆ ਰਹੇ ਹੋ? ਵੀ ਹੱਥ ਜੋੜੇ ਵੀ ਆਪਾਂ ਤਾਂ ਅੱਕੇ ਪਏ ਹਾਂ ਸਕੀਮਾਂ ਤੋਂ, ਕੋਈ LIC ਦੀ ਜਾਂ ਕੋਈ ਹੋਰ ਇਹੋ ਜਿਹੀਆਂ ਗੱਲਾਂ ਨਾ ਕਰਿਓ। ਕਹਿੰਦੇ ਨਹੀਂ ਨਹੀਂ ਪ੍ਰੋਡਕਟ ਨੇ,
ਮੈਂ ਉਹੀ ਖਾ ਖਾ ਕੇ ਸਰੀਰ ਬਰਬਾਦ ਕੀਤਾ ਪਿਆ। ਉਹ ਜਿੰਨੇ ਚਾਹੀਦੇ ਨੇ ਪੈਸੇ ਲੈ ਜਿਓ, ਪਰ ਸਰੀਰ ਤਾਂ ਬਾਜੂ ਨਾ ਕਮ ਸੇ ਕਮ। ਨਾ ਕੋਈ ਡਾਕਟਰ ਦੀ ਡਿਗਰੀ, ਪੁਰਾਣੇ ਲੋਕ ਪੜ੍ਹ ਕੇ ਕੋਈ MBBS ਕੋਈ MD ਕਰਕੇ ਡਾਕਟਰ ਬਣਦਾ ਸੀ। ਤੁਸੀਂ ਫੋਨ 'ਤੇ ਵੇਖੋ, ਮੈਂ ਜੀ ਡਿਜੀਸ਼ੀਅਨ ਪਲਵੀ ਬੋਲਦੀ ਹਾਂ ਜੀ, ਉਹ ਮੇਰੇ ਵਰਗਾ ਵੀ ਅਨਪੜ੍ਹ ਬੰਦਾ ਵੀ ਡਿਜੀਸ਼ੀਅਨ ਬਣੀ ਜਾਂਦਾ। ਚੰਗੇ ਭਲੇ ਬੰਦੇ ਨੂੰ ਆ ਸ਼ੂਗਰ ਦੀ ਆ ਜੀ, ਬਲੱਡ ਪ੍ਰੈਸ਼ਰ, ਤੁਸੀਂ ਆਪਦੇ ਘਰ ਆ ਜੀ ਹੱਥ ਜੋੜੇ ਮੱਥਾ ਟੇਕਿਆ, ਸਾਥੋਂ ਤੁਸੀਂ ਕੀ ਲੈਣਾ? ਉਹ ਮੰਗ ਲਓ ਜਿੰਨੇ ਪੈਸੇ ਚਾਹੀਦੇ ਨੇ, ਜ਼ਰੂਰ ਅਗਲੇ ਦਾ ਸਰੀਰ ਨਿਆਣੇ ਬਰਬਾਦ ਕਰਨੇ। ਜ਼ਹਿਰ ਖਵਾ ਕੇ ਆਖੇ ਜੀ ਆਇਆ ਜੀ ਇਉਂ ਜੀ। ਕੋਈ ਵੀ ਗਰਮ ਚੀਜ਼ ਬਿਨਾਂ ਮਤਲਬ ਤੋਂ ਜ਼ਹਿਰ ਹੀ ਤਾਂ ਹੈ। ਤੋ ਇਸ ਵਾਸਤੇ ਖੁਰਾਕ ਵੀ ਜੇ ਲੋੜ ਤੋਂ ਵੱਧ ਖਾਵਾਂਗੇ ਉਹ ਵੀ ਜ਼ਹਿਰ ਬਣ ਜਾਊਗੀ। ਬੇਵਜ੍ਹਾ ਹੀ ਡਾਈਟ ਲੈਣ ਦਾ ਮਤਲਬ ਕੀ ਹੋਇਆ ਭਲਾ? ਡਾਕਟਰ ਤਾਂ ਇਹ ਵੀ ਕਹਿੰਦੇ ਵੀ ਰੋਟੀ ਵੀ ਅੱਧੀ ਘੱਟ ਖਾਓ, ਮਤਲਬ ਜਿੰਨੀ ਲੋੜ ਹੈ ਉਨੀ। ਜੇ ਲੋੜ ਹੀ ਨਹੀਂ ਫਿਰ ਪ੍ਰੋਡਕਟਾਂ ਦਾ ਮਤਲਬ ਕੀ ਹੋਇਆ? ਮੈਂ ਕਿਹਾ ਵੀ ਨਾ ਤਾਂ ਆਪ ਮੈਂਬਰ ਬਣਨਾ ਨਾ ਕਿਸੇ ਨੂੰ ਬਣਾਉਣਾ। ਇੱਥੇ ਗੁਰਦੁਆਰੇ ਦੇ ਸਾਹਮਣੇ ਮੈਂ ਖੜਾ, ਕੋਈ ਗੱਲ ਕਰਨੀ ਆ ਜਾਓ, ਚਾਹ ਪਾਣੀ ਪੀਣਾ ਘਰ ਲੈ ਜਾਵਾਂਗੇ। ਤੋ ਇਹ ਨਵਾਂ ਹੀ ਕੰਮ ਚੱਲਿਆ ਹੋਇਆ ਹੈ, ਕਿਉਂਕਿ ਕੰਮ ਕੋਈ ਨਹੀਂ ਰਿਹਾ। ਮੋਦੀ ਸਾਹਿਬ ਨੇ ਸਭ ਕਰਪਟ ਕਰ ਦਿੱਤੇ, ਟੈਕਸ ਟੁਕਸ ਲਾ ਕੇ। ਉਹ ਦੁਨੀਆ ਨੂੰ ਬਸ ਕੋਈ ਕੰਮ ਹੈ, ਇੱਕ ਦੂਜੇ ਤੋਂ ਠੱਗੀ ਮਾਰਨੀ, ਮੈਂਬਰ ਬਣਾਓ ਜੀ, ਆਹ ਸਕੀਮ ਜੀ, ਉਹ ਸਕੀਮ ਜੀ, ਆਪਾਂ ਤੱਕੇ ਪਏ ਸੁਣ ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤੇ ਭਜਨ ਬੰਦਗੀ ਸੇਵਾ ਤੇ ਸਿਮਰਨ ਸਾਡਾ ਚਿੱਤ ਜੁੜੇ। ਚੰਗੇ ਪਾਸੇ ਸਾਡਾ ਮਨ ਨਹੀਂ ਹੈ, बुरे पासे बुरे काम को उठ खड़ोया। नाम की बेला पै पै सोया। दड़ा सट्टा लाना किसी स्कीम दे विच जां किसी शेयर मार्केट दे विच बड़े बंदे बर्बाद होए ने। फिर रोंदे आपदी किस्मत नूं बह के। ते एक ने होर फोन किया, मैं क्या भी तू अज तक काम किन्नियां स्कीमां? कहंदा पता नहीं किन्नियां, मैनूं भी नहीं मेरे याद रही। कमाई भी हुई 25-25 हज़ार का कहंदा चैक आउंदा रहा। मैं क्या करदा की हुण दस? पाठ ही करदा ना, रौला ही लाउणा। साडे कर्मां च रब ने रौला लिखियां ने। जिहड़ी बरकत है वो तां पाठ पूजा आपदी मेहनत की कमाई, भावें तुहाडी 200 रुपया दिहाड़ी ते भावें 300। ਜਿਹੜਾ ਤੁਸੀਂ ਕੰਮ ਸਿੱਖਿਆ, ਜਿਹੜਾ ਜਨਮ ਤੋਂ ਲੈ ਕੇ ਆਪਾਂ ਕਰ ਰਹੇ ਹਾਂ, ਉਹਦੇ 'ਚ ਹੀ ਰੱਬ ਬਰਕਤ ਪਾਊਗਾ। ਜਿਹੜਾ ਇੱਧਰ ਉੱਧਰ ਝੂਠ ਸੱਚ ਹੈ, ਇਹਦੇ ਨਾਲ ਤਾਂ ਬਰਬਾਦੀ ਜਿੰਨਾ ਆਉਂਦਾ ਉਹਦੇ ਤੋਂ ਡਬਲ, ਸਗੋਂ ਦੂਜਾ ਵੀ ਹੁੰਜਾ ਮਾਰ ਕੇ ਲੈ ਜਾਂਦਾ। ਮੈਂ ਤਾਂ ਅੱਜ ਤੱਕ ਕੋਈ ਬੇੜਾ ਵੇਖਿਆ ਨਹੀਂ ਅਮੀਰ। ਇਸ ਵਾਸਤੇ ਬਾਜ਼ਾਰ ਦੇ ਵਿੱਚ ਦੁਕਾਨਾਂ ਸਾਰੀਆਂ ਨੇ, ਭਾਵੇਂ ਬੰਦਾ ਆਪਦਾ ਪੈਸਾ ਬਰਬਾਦ ਕਰ ਦੇ ਪਿਓ ਵੱਲੋਂ ਦਿੱਤਾ ਹੋਇਆ, ਤੇ ਭਾਵੇਂ ਉਹਦੇ ਤੋਂ ਅੱਗੇ ਮਿਹਨਤ ਕਰਕੇ ਅੱਗੇ ਕਮਾਈ ਕਰ ਲਵੇ। ਮਹਾਰਾਜ ਕਹਿੰਦੇ ਨੇ ਫਿਰ ਪਛਤਾਹੋ ਨਾ ਪਾਵੋ ਪਾਰ। ਮੁੜ ਕੇ ਤੂੰ ਪਛਤਾਤਾਪ ਕਰੇਗਾ ਪਰ ਤੂੰ ਪਾਰ ਨਹੀਂ ਉਤਰ ਸਕਣਾ। ਜਦ ਤੇਰਾ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ, ਜਿਵੇਂ ਪ੍ਰਤੱਖ ਪੈਸਾ ਪਿਓ ਦਾ ਦਿੱਤਾ, ਵਿਸ਼ਿਆਂ ਵਿਕਾਰਾਂ ਦੇ ਵਿੱਚ ਜਾਂ ਲਾਟਰੀਆਂ ਦੇ ਵਿੱਚ, ਜੂਏ ਦੇ ਵਿੱਚ ਜਾਂ ਸਕੀਮਾਂ 'ਚ ਬਰਬਾਦ ਕੀਤਾ। ਕਮਾਈ ਕੋਈ ਕੀਤੀ, ਕੰਮ ਕੋਈ ਕੀਤਾ ਨਹੀਂ, ਐਵੇਂ ਤੁਰੇ ਫਿਰਦੇ ਰਹੇ ਵਿਹਲੇ। ਕਦੀ ਕਿਸੇ ਨੂੰ ਸਮਝਾ, ਕਦੀ ਕਿਸੇ ਨੂੰ ਮੈਂਬਰ ਬਣਾ। ਤੋ ਇਸ ਵਾਸਤੇ ਉਹ ਕੁਛ ਬਣਿਆ ਨਹੀਂ, ਜਿਸ ਤਰ੍ਹਾਂ ਉਹ ਬਰਬਾਦ ਹੋ ਗਿਆ। ਇਸ ਤਰ੍ਹਾਂ ਸਾਡੇ ਸਵਾਸ ਵਾਹਿਗੁਰੂ ਪਿਤਾ ਨੇ ਇੱਕ ਪੂੰਜੀ ਰੂਪ, ਧਨ ਰੂਪ ਦੇ ਵਿੱਚ ਦਿੱਤੇ ਹੋਏ ਨੇ। ਇਹ ਤੇਰੇ ਹੱਥ ਹੈ, ਇਹ ਤੁਹਾਨੂੰ ਵਿਸ਼ਿਆਂ ਚਲਾਉਣਾ, ਬੇਸਵਾਗਾਮੀ ਹੋਣਾ, ਤੇ ਜਾਂ ਕਿਸੇ ਹੋਰ ਪਾਪ ਕਰਮ ਦੇ ਵਿੱਚ ਇਹਨਾਂ ਨੂੰ ਫਜ਼ੂਲ ਗਵਾਉਣਾ ਹੈ, ਤੇ ਜਾਂ ਸਤ ਸੰਗਤ ਦੇ ਵਿੱਚ ਗੁਰੂ ਘਰ ਆ ਕੇ ਸੇਵਾ ਕਰਨੀ ਹੈ ਤੇ ਸਿਮਰਨ ਕਰਨਾ, ਇਹਨੂੰ ਸਫਲ ਬਣਾਉਣਾ ਹੈ। ਇਹ ਹੁਣ ਤੇਰੇ ਹੱਥ ਹੈ। ਜਦ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ, ਮੁੜ ਕੇ ਪਛਤਾਤਾਪ ਕਰੇਗਾ, ਪਰ ਸੰਸਾਰ ਤੋਂ ਪਾਰ ਹੋ ਕੇ ਮੁਕਤੀ ਦਾ ਪਾਰਲਾ ਕਿਨਾਰਾ ਨਹੀਂ ਤੂੰ ਪਾ ਸਕੇਂਗਾ। ਕਹਿਤ ਕਬੀਰਾ ਜੀਤ ਕੈ ਹਾਰ। ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਤੂੰ ਇਹ ਜਿਹੜਾ ਸਾਡਾ ਬਚਨ ਹੈ, ਇਹਨੂੰ ਮੰਨ ਕੇ ਮਨੁੱਖਾ ਜਨਮ ਜਿੱਤ ਲੈਣਾ ਕਰ। ਜਿੱਤਣ ਦਾ ਮਤਲਬ ਇਹ ਹੈ ਕਿ ਜਿਹੜੇ ਸਵਾਸ ਨੇ
ਇਹਨੂੰ ਸੰਗਤ ਦੇ ਵਿੱਚ ਲਾ ਕੇ, ਸਿਮਰਨ ਦੇ ਵਿੱਚ ਲਾ ਕੇ ਸਫਲ ਕਰ। ਕਿਸੇ ਨੇ ਘੋੜਾ ਵੇਚ ਕੇ ਉਹਦਾ ਮੁੱਲ ਵੱਟ ਲਿਆ ਹੋਵੇ, ਲੋਕਾਂ ਨੇ ਮੁਹਾਵਰਾ ਬਣਾਇਆ ਨਾ, ਪੰਜਾਬੀ ਦਾ ਮੁਹਾਵਰਾ ਵੀ ਹੋਵੇ ਘੋੜੇ ਵੇਚ ਕੇ ਸੁੱਤਾ ਹੀ ਹੋਏ। ਉਹਨਾਂ ਦਾ ਬੜਾ ਕੰਮ ਹੈ, ਉਹਨਾਂ ਦੀ ਸੇਵਾ ਸੰਭਾਲ, ਖਾਣਾ ਪੀਣਾ, ਕੋਈ ਚੋਰ ਨਾ ਚਰਾ ਕੇ ਲੈ ਜਾਏ। ਜੇ ਵਿਕ ਗਏ ਘੋੜੇ, ਆਪਦੀ ਬੋਝੀ ਗਰਮ ਕਰਕੇ ਤੇ ਸਿਰਹਾਣੇ ਰੱਖ ਕੇ ਸੌਂ ਜਾਓ, ਕੋਈ ਫਿਕਰ ਹੀ ਨਹੀਂ। ਘੋੜੇ ਜੋ ਵਿਕ ਗਏ, ਅਗਲੇ ਘਰ ਭਾਵੇਂ ਜਾ ਕੇ ਬਿਮਾਰ ਹੋ ਜਾਏ ਤੇ ਭਾਵੇਂ ਉਹ ਚੜ੍ਹਾਈ ਕਰ ਜਾਏ, ਵੇਚਣ ਵਾਲੇ ਨੂੰ ਤਾਂ ਪ੍ਰੋਫਿਟ ਹੋ ਗਿਆ। ਤਾਂ ਜਿੰਨੇ ਸਰੀਰ ਦਾ ਘੋੜਾ ਵੇਚ ਕੇ ਮੁੱਲ ਵੱਟ ਲਿਆ, ਸੰਗਤ ਦੇ ਵਿੱਚ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਰੱਜ ਕੇ ਬਾਣੀ ਪੜ੍ਹੀ, ਰੱਜ ਕੇ ਸੇਵਾ ਕੀਤੀ, ਇਹਦਾ ਮੁੱਲ ਤੇ ਆਪਾਂ ਵੱਟ ਲਿਆ ਤੇ ਹੁਣ ਭਾਵੇਂ ਅੱਜ ਹੀ ਚੜ੍ਹਾਈ ਕਰ ਜਾਏ, ਸਾਨੂੰ ਕੀ। ਸ਼ਾਂਤੀ ਰੂਪੀ ਨੀਂਦ ਦੇ ਵਿੱਚ ਫਿਕਰ ਤਾਂ ਉਹਨੂੰ ਹੈ ਜਿਹਨੇ ਕੋਈ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਇਸ ਲਈ ਉਹ ਜਿਹੜੇ ਜਵਾਨੀ ਦੇ ਵਿੱਚ ਕੰਮ ਨਹੀਂ ਕਰਦੇ, ਆਪਦੇ ਬੈਂਕ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਰੱਖਦੇ, ਕੋਈ ਬੈਲੈਂਸ ਨਹੀਂ ਰੱਖਦੇ, ਉਹ ਬੁੱਢੇ ਹੋ ਕੇ ਸੋਚਾਂ ਸੋਚਦੇ ਰਹਿੰਦੇ ਨੇ ਚਿੰਤਾ ਦੇ ਵਿੱਚ ਵੀ ਸਾਡਾ ਗੁਜ਼ਾਰਾ ਕਿਵੇਂ ਹੋਊਗਾ। ਅਤੇ ਜਿਨ੍ਹਾਂ ਆਪਦੇ ਜਵਾਨੀ ਦੇ ਵਿੱਚ ਪੂਰਾ ਕੰਮ ਕੀਤਾ, ਉਹਨਾਂ ਨੂੰ ਬੜਾ ਫਿਕਰ ਕੀ ਆ, ਉਹਨਾਂ ਨੇ ਆਪਦੇ ਗੁਜ਼ਾਰੇ ਦਾ ਸਾਧਨ ਬਣਾਇਆ ਹੋਇਆ। ਇਸ ਲਈ ਜਿੰਨਾ ਚਿਰ ਸਰੀਰ ਚੱਲਦਾ ਫਿਰਦਾ ਹੈ, ਉਹਨਾਂ ਚਿਰ ਸੇਵਾ ਸਿਮਰਨ ਕਰਕੇ ਇਹਨੂੰ ਸਫਲ ਬਣਾਉਣਾ ਚਾਹੀਦਾ। ਫਿਰ ਬਜ਼ੁਰਗ ਹੋਇਆਂ ਤੋਂ ਵੀ ਬਿਰਤੀ ਟਿਕੀ ਰਹਿੰਦੀ ਹੈ। ਜੇ ਜਵਾਨੀ 'ਚ ਬੰਦਾ ਪੁੱਠੇ ਕੰਮ ਕਰਦਾ ਰਿਹਾ, ਫਿਰ ਇਹ ਸੋਚੇ ਵੀ ਮੈਂ ਹੁਣ ਚਿੱਟੀ ਦਾੜੀ ਹੋ ਗਈ ਤੇ ਮੈਂ ਚੰਗੇ ਕਰਮਾਂ ਵੱਲ ਆਪਦੇ ਮਨ ਦੀ ਸੋਚ ਬਦਲ ਲਵਾਂ। ਕੋਈ ਭਾਗਾਂ ਵਾਲੀ ਰੂਹ ਹੈ ਜਿੱਥੇ ਮਹਾਰਾਜ ਦੀ ਕਿਰਪਾ ਹੋ ਜਾਏ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਜੋ ਬਣ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋ ਬਣ ਪ੍ਰੀਤ ਬਿਨ, ਸੁੱਖ ਗਏ ਕੁਮਲਾਏ। ਫਰੀਦ ਸਾਹਿਬ ਦਾ ਬਚਨ ਕਹਿੰਦੇ ਜਵਾਨੀ ਚਲੀ ਜਾਏ ਤਾਂ ਭਾਵੇਂ ਚਲੀ ਜਾਏ, ਪਰ ਮੈਂ ਆਪਦੇ ਸਿਮਰਨ ਭਜਨ ਸੇਵਾ ਵਾਲਾ ਕਰਮ ਨਹੀਂ ਛੱਡਾਂਗਾ। ਇਸ ਮਨੁੱਖਾ ਜਨਮ ਦਾ ਇਹ ਲਾਭ ਹੈ ਕਿ ਇਹਨੂੰ ਗੁਰੂ ਘਰ ਵੇਚ ਕੇ ਸਵਾਸਾਂ ਦੀ ਜਿਹੜੀ ਪੂੰਜੀ ਇਹਨੂੰ ਸਫਲ ਬਣਾ ਲਓ। ਇਹਦਾ ਲਾਭ ਖੱਟਣਾ ਕਰੋ। 1 ਸਵਾਸ 2 ਸਵਾਸ 10 ਸਵਾਸ ਪੇਟਾ ਕਰਕੇ ਘੜੀ ਘੰਟਾ ਇਹਦੇ ਤੋਂ ਸੋ 1 ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ, ਆਪ ਤਰੇ ਤਾਰੀਨ ਸਿਰਠਾ। ਆਪਦੇ ਟੱਬਰ ਦਾ ਵੀ ਭਲਾ ਕਰੋ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਮੇੜ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਭਾਈ ਅਸੀਂ ਨਿਰਪੱਖ ਬਚਨ ਕਹਿੰਦੇ ਹਾਂ, ਚਾਹੇ ਹੁਣ ਭਜਨ ਸਿਮਰਨ ਕਰਕੇ ਮਨੁੱਖਾ ਜਨਮ ਜਿੱਤ ਲਾ ਤੇ ਜਾਂ ਫਿਰ ਤੁਰਿਆ ਫਿਰ ਵਿਸ਼ਿਆਂ 'ਚ ਲੱਗ ਕੇ ਇਹਨੂੰ ਹਾਰ ਜਾਣਾ ਕਰ। ਬਹੁ ਬਿਦ ਕਹਿਓ ਪੁਕਾਰ ਪੁਕਾਰ, ਫਿਰ ਨਾ ਆਖਿਓ ਵੀ ਬਾਬਿਆਂ ਨੇ ਦੱਸਿਆ ਨਹੀਂ ਹੈ। ਅਸੀਂ ਤਾਂ ਰੌਲਾ ਪਾ ਪਾ ਕੇ ਬਹੁਤ ਤਰ੍ਹਾਂ ਕਰਕੇ ਢੰਡੋਰਾ ਦੇ ਦੇ ਕੇ ਤੇ ਦੱਸ ਰਹੇ ਹਾਂ, ਕਹਿ ਰਹੇ ਹਾਂ। ਕੋਈ ਸੁਣੇ ਤੇ ਭਾਵੇਂ ਨਾ ਸੁਣੇ। ਸੇਵਕੀ ਪੂਰੀ ਬਸੈ ਬੁੱਧ ਸਾਰ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜੋਗੀ ਆਇਆ। ਉਹਨੇ ਯੋਗ ਦੇ ਮਾਰਗ ਬਾਬਤ ਬਚਨ ਪੁੱਛੇ। ਤਦੋਂ ਉਸਨੂੰ ਯੋਗ ਮਾਰਗ ਬਾਰੇ ਦੱਸਦੇ ਹੋਏ ਕਥਨ ਕਰਦੇ ਨੇ ਕਿ ਹੇ ਭਾਈ, ਸ਼ਿਵ ਨਾਮ ਹੈ ਕਲਿਆਣ ਸਰੂਪ। ਉਹ ਕੌਣ ਹੈ? ਪਰਮਾਤਮਾ। ਉਹਦੀ ਪੁਰੀ ਕਿਹੜੀ ਹੈ? 10ਵਾਂ ਦੁਆਰ। ਜਿਸ ਤਰ੍ਹਾਂ ਜਿਹੜਾ ਜੋਗੀ ਹੈ, ਯੋਗਾ ਅਭਿਆਸ ਕਰਨ ਵਾਲਾ, ਉਹ ਸ਼ਿਵ ਜੀ ਦੀ ਪੁਰੀ ਦੇ ਵਿੱਚ ਪਹੁੰਚ ਜਾਂਦਾ ਹੈ। ਅਤੇ ਅਸੀਂ 10ਵੇਂ ਦੁਆਰ ਰੂਪੀ ਨਗਰੀ ਵਿੱਚ ਜਿਹੜੀ ਸ੍ਰੇਸ਼ਟ ਮੱਤ ਵਾਲੇ ਜੁੜੇ ਹੋਏ ਨੇ ਪਰ ਗੁਰਮੁਖ ਨਾਮ ਸਿਮਰਨ ਭਜਨ ਦੇ ਵਿੱਚ, ਉਹ ਕਲਿਆਣ ਸਰੂਪ ਪ੍ਰਭੂ ਦੀ 10ਵੇਂ ਦੁਆਰ ਰੂਪੀ ਪੁਰੀ ਨਗਰੀ ਵਿੱਚ ਹਮੇਸ਼ਾ ਵਸਦੇ, ਜਾਂ ਜੋ 10 ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹਦੇ ਚੇਤਨ ਦੇ ਵਿੱਚ ਵਸਦੇ ਹਨ। ਤਹ ਤੁਮ ਮਿਲ ਕੇ ਕਰਹੁ ਵਿਚਾਰ। ਉਹਨਾਂ ਜੋਗੀਆਂ ਗੁਰਮੁਖ ਬ੍ਰਹਮ ਗਿਆਨੀਆਂ ਨਾਲ ਤੂੰ ਮਿਲ ਕੇ ਯੋਗ ਅਭਿਆਸ ਦੀ ਵਿਚਾਰ ਕਰ।
ਇਹ ਕਬੀਰ ਜੀ, ਤੁਹਾਡੇ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਪੁੱਛਣਾ ਕਰੀਏ, ਕਿਰਪਾ ਕਰਕੇ ਤੁਸੀਂ ਹੀ ਦੱਸੋ, ਸਾਡੇ ਲਈ ਤਾਂ ਤੁਸੀਂ ਜੋਗੀ ਹੋ। ਤਦ ਉੱਤਰ ਵਿੱਚ ਕਥਨ ਕਰਦੇ ਹਨ, ਈਤ ਊਤ ਕੀ ਸੂਚੀ ਪਾਰੈ। ਭਾਈ ਜੇਕਰ ਇਸ ਚੰਦਰਮਾ ਦੀ ਏੜਾ ਸੁਰ ਨੂੰ ਖੱਬੀ ਨਾਸਕਾ ਦੁਆਰਾ ਤੇ ਉਸ ਭਾਵ ਸੂਰਜ ਦੀ ਪਿੰਗਲਾ ਸੁਰ ਨੂੰ ਸੱਜੀ ਨਾਸਕਾ ਦੁਆਰਾ ਪ੍ਰਾਣ ਚੜਾਉਣ ਅਤੇ ਸੁਖਮਨਾ ਨਾੜੀ ਦੁਆਰਾ ਪ੍ਰਾਣ ਟਿਕਾਉਣ ਦੀ ਸਮਝ ਪੈ ਜਾਵੇ। ਕੌਣ ਕਰਮ ਮੇਰਾ ਕਰ ਕਰ ਮਾਰੈ। ਤਾਂ ਫਿਰ ਕਿਹੜਾ ਕਰਮ ਕਾਂਡਾਂ ਨੂੰ ਮੇਰ ਤੇਰ ਕਰਕੇ ਮਰਦਾ ਫਿਰੇ, ਇਸ ਯੋਗ ਨਾਲ ਹੀ ਕਾਰਜ ਸਿੱਧ ਹੋ ਜਾਏਗਾ। ਭਾਵ ਚਿੱਤ ਦੀ ਬਿਰਤੀ ਦਾ ਨਿਰੋਧ ਹੋ ਜਾਏਗਾ। ਯੋਗ ਦੀ ਡੈਫੀਨੇਸ਼ਨ ਇਹ ਹੈ, ਚਿੱਤ ਬਿਰਤੀ ਨਿਰੋਧਾ ਸਾ ਯੋਗਾ। ਜਿਹੜੀ ਚਿੱਤ ਦੀ ਬਿਰਤੀ ਨੂੰ ਰੋਕਣਾ ਇਹੀ ਯੋਗ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਿਹੜੇ ਜੋਗੀ ਨੇ ਉਹ ਪਹਿਲਾਂ ਤਾਂ ਚੌਂਕੜਾ ਮਾਰਦੇ ਨੇ, ਪਤਾ ਨਹੀਂ ਕਿੰਨੇ ਕਿੰਨੇ ਉਹਨਾਂ ਦੇ ਆਸਨ, ਕਦੀ ਪੈਰ ਥੱਲੇ ਰੱਖੋ, ਕਦੀ ਉੱਤੇ ਰੱਖੋ, ਕਦੀ ਕੁਛ ਕਦੀ ਕੁਛ, ਤੇ ਮੁੜ ਕੇ ਫਿਰ ਰੀੜ ਦੀ ਹੱਡੀ ਸਿੱਧੀ ਰੱਖਦੇ ਨੇ। ਸਾਡੇ ਕੋਲ ਤਾਂ ਬੈਠਾ ਹੀ ਨਹੀਂ ਜਾਂਦਾ, ਤੇ ਜਦੋਂ ਚੇਤਾ ਜੇ ਫਿਰ ਸਿੱਧੇ ਹੋ ਜਾਈਦਾ ਫਿਰ ਉਹ ਬੈਂਡ ਪੈ ਜਾਂਦਾ, ਤੇ ਉਹਦੇ ਤੋਂ ਬਾਅਦ ਅੱਖਾਂ ਬੰਦ ਕਰਦੇ। ਸਾਡੇ ਕੋਲ ਤਾਂ ਅੱਖਾਂ ਬੰਦ ਹੁੰਦੀਆਂ ਹੀ ਨਹੀਂ। ਤੇ ਮਹਾਰਾਜ ਨੇ ਵੈਸੇ ਅੱਖਾਂ ਤਾਂ ਦਿੱਤੀਆਂ ਵੇਖਣ ਵਾਸਤੇ ਹੀ ਨੇ। ਸਵਾਦ ਤਾਂ ਜੇ ਅੱਖਾਂ ਖੁੱਲੀਆਂ ਤਾਂ ਸਮਾਧੀ ਲੱਗੀ ਰਹੇ। ਮੈਂ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਨੇ, ਆਪ ਤਾਂ ਨਹੀਂ ਸਾਨੂੰ ਕੁਛ ਵੀ ਆਉਂਦਾ, ਨਾ ਕੋਈ ਸਾਡੀ ਸੁਰਤੀ ਬਿਰਤੀ ਇਕਾਗਰ ਹੈ, ਪਰ ਇਕਾਗਰਤਾ ਵਾਲਿਆਂ ਨਾਲ ਰਹੇ ਜ਼ਰੂਰ ਆ। ਤੇ ਮੈਂ ਵੇਖਦਾ ਰਿਹਾ, ਉਹਨਾਂ ਨੂੰ ਵਾਚ ਕਰਦਾ ਰਿਹਾ। ਸਾਡਾ ਕੰਮ ਹੀ ਇਹ ਤਰਕਸ਼ੀਲ ਸੁਸਾਇਟੀ, ਹਰੇਕ ਤੇ ਤਰਕ ਕਰਨੀ ਔਰ ਉਹਨੂੰ ਵੇਖਣਾ ਵੀ ਇਹ ਕਰਦਾ ਕੀ ਹੈ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ, ਆਪਾਂ ਧਿਆਨ ਰੱਖਦੇ ਰਹੇ ਹਾਂ ਕਿ ਸ਼ਾਮ ਦੇ 6 ਵਜੇ ਤੋਂ ਲੈ ਕੇ ਉਹਨਾਂ ਸਮਾਧੀ ਚਲੇ ਜਾਣੇ, ਸਾਡੇ ਨਾਲ ਤੁਰੇ ਫਿਰਨਾ, ਕਥਾ ਕੀਰਤਨ ਸੰਗਤਾਂ 'ਚ ਵੀ ਆਉਣਾ, ਚੌਰ ਸਾਹਿਬ ਸੇਵਾ, ਲੰਗਰ ਜਿੱਥੇ ਉਹਨਾਂ ਘਰਾਂ 'ਚ ਵੀ ਜਾਣਾ, ਪਰ ਕੋਈ ਗੱਲ ਕਰਨੀ, ਕਹਿਣਾ ਹੂੰ ਹਾਂ, ਜਿਸ ਤਰ੍ਹਾਂ ਬੰਦਾ ਹੁੰਦਾ ਹੀ ਨਹੀਂ। ਉਹ ਮੈਨੂੰ ਇੱਕ ਵਾਰ ਯਾਦ ਹੈ ਵੀ ਮੈਂ ਮਾੜਾ ਜਿਹਾ ਕੰਨ 'ਚ ਬਚਨ ਕਰਕੇ ਤੇ ਚਲਾ ਗਿਆ। ਕਿਸੇ ਨੇ ਪੁੱਛਿਆ 2-4 ਦਿਨਾਂ ਬਾਅਦ, ਕਹਿੰਦੇ ਵੀ ਆਇਆ ਤਾਂ ਸੀਗਾ ਪਰ ਬੋਲ ਕੇ ਪਤਾ ਨਹੀਂ ਕੀ ਗਿਆ, ਦੱਸਿਆ ਵੀ ਸੀਗਾ, ਮੈਨੂੰ ਕਹਿੰਦੇ ਚੇਤਾ ਭੁੱਲ ਗਿਆ। ਕੋਈ ਵੀ ਗੱਲ ਕਰਨੀ ਤੇ ਰਾਤ ਦੇ 12 ਵਜੇ ਤੱਕ ਨਹੀਂ ਕੋਈ ਵੀ ਕਰਨੀ, ਅੰਮ੍ਰਿਤ ਵੇਲੇ ਕਰਨੀ, ਪਤਾ ਹੀ ਨਾ ਲੱਗਣਾ। ਅੱਖਾਂ ਖੁੱਲੀਆਂ ਤੋਂ ਸਰੀਰ ਜਿਹੜਾ ਉਹ ਡਾਵਾਂਡੋਲ ਰਹਿਣਾ। ਔਰ ਨਿੱਕੇ ਛੋਟੇ ਬੱਚਿਆਂ ਵਾਂਗ ਸੀਜਾ ਤੇ ਇਸ ਤਰ੍ਹਾਂ ਪੈਣਾ ਵੀ ਜਿਸ ਤਰ੍ਹਾਂ ਦੀਨ ਦੁਨੀਆ ਦੀ ਸਮਝ ਕੋਈ ਨਹੀਂ। ਭਾਵੇਂ ਲਾਗੇ ਢੋਲ ਖੜਕਦਾ ਰਹੇ, ਜੋ ਮਰਜ਼ੀ ਹੁੰਦਾ ਰਹੇ, ਧਿਆਨ ਹੀ ਨਹੀਂ ਦੇਣਾ। ਪਰ 12 ਵਜੇ ਤੋਂ ਬਾਅਦ ਇੰਨੀ ਐਕਟੀਵਿਟੀ, ਇੰਨੀ ਸਾਵਧਾਨੀ, ਉੱਠ ਕੇ ਇਸ਼ਨਾਨ ਕਰਕੇ ਜਵਾਨਾਂ ਦੇ ਨਾਲੋਂ ਵੀ ਜ਼ੋਰ, ਆਪ ਗੁਟਕਾ ਫੜ ਕੇ ਅਨਕਾਂ ਲੈ ਕੇ 5 ਗ੍ਰੰਥੀ ਦਿਨ ਚੜ੍ਹੇ ਤੱਕ ਨਿਤਨੇਮ ਕਰ ਲੈਣਾ। ਤੋ ਇਸ ਤਰੀਕੇ ਦੇ ਨਾਲ ਬੰਦ ਕਰਨ ਤੋਂ ਸਮਾਧੀ ਜ਼ਬਰਦਸਤੀ ਲਾਉਣ ਦਾ ਮਤਲਬ ਕੀ ਹੋਇਆ? ਖੁੱਲੀ ਤੋਂ ਸਮਾਧੀ ਹੋਣੀ ਚਾਹੀਦੀ ਹੈ। ਗੱਲ ਤਾਂ ਧਿਆਨ ਦੀ ਇਕਾਗਰਤਾ ਦੀ ਹੈ। ਇਸ ਵਾਸਤੇ ਸੋ ਮਹਾਰਾਜ ਦੇ ਨਾਮ ਦੇ ਵਿੱਚ ਤੇ ਮਰਯਾਦਾ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਬਿਰਤੀ ਨੂੰ ਰੋਕ ਲੈਣਾ, ਇਹੀ ਗੁਰਸਿੱਖਾਂ ਦਾ ਯੋਗ ਹੈ, ਜੋ ਕਿ ਉਹ ਹਮੇਸ਼ਾ ਹੀ ਆਪਦੇ ਮਨ ਤੇ ਪਹਿਰਾ ਰੱਖਦੇ ਤੇ ਹਮੇਸ਼ਾ ਜਾਗਦੇ ਨੇ। ਉਹ ਅੱਖਾਂ ਬੰਦ ਕਰਕੇ ਸਮਾਧੀ ਦੀ ਨੀਂਦ ਵਿੱਚ ਸੌਂਦੇ ਨਹੀਂ ਹਨ। 10ਵੇਂ ਦੁਆਰ ਦੀ ਕੋਈ ਬਹੁਤ ਵੱਡੀ ਸਮਾਧੀ ਨਹੀਂ, ਉਹਦੇ ਵਿੱਚ ਤਾਂ ਮਛੰਦਰ ਨਾਥ ਵਰਗੇ ਭਟਕ ਗਏ ਸੀਗੇ। ਮਨ ਨਿਰਮਲ ਨਹੀਂ 10ਵੇਂ ਦੁਆਰ। ਗੁਰੂ ਘਰ 'ਚ 10ਵੇਂ ਦੁਆਰ ਦੀ ਕੋਈ ਅਹਿਮੀਅਤ ਨਹੀਂ। ਅਹਿਮੀਅਤ ਮਨ ਦੀ ਇਕਾਗਰਤਾ ਦੀ ਹੈ, ਸ਼ਬਦ ਦੇ ਵਿੱਚ ਸੁਰਤੀ ਜੋੜਨ ਦੀ ਹੈ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਝੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਤੋ ਭਾਵੇਂ ਅੱਖਾਂ ਖੋਲ ਕੇ ਇਸ ਤਰ੍ਹਾਂ ਹੀ ਜੋੜ ਲਓ ਮੂੰਹ ਦੇ ਵਿੱਚ, ਤੇ ਭਾਵੇਂ 10ਵੇਂ ਦੁਆਰ 'ਚ ਵੀ ਚੜ੍ਹ ਜਾਓ। ਜੇ ਨਹੀਂ ਜੁੜੀ ਤਾਂ ਕੋਈ ਫਾਇਦਾ ਨਹੀਂ। ਜੋਗੀ ਸਵਾਸਾਂ ਨੂੰ ਰੋਕਦਾ, ਕਰਦਾ ਕੁਛ ਹੈ ਨਹੀਂ। ਗੁਰਸਿੱਖ ਜਿਹੜਾ ਸਵਾਸਾਂ ਨਾਲ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਜੇ 10ਵੇਂ ਦੁਆਰ ਦੇ ਵੀ ਦਰਸ਼ਨ ਹੋਣ ਤਾਂ ਉੱਥੋਂ ਵੀ ਵਾਹਿਗੁਰੂ ਨਾਮ ਦੀ ਧੁਨੀ ਸੁਣਦਾ ਹੈ। ਤੋ ਇਸ ਲਈ
ਮੈਂ ਕਰਮ ਕਾਂਡਾਂ ਤੋਂ ਰਹਿਤ ਹੋ ਗਿਆ ਹਾਂ ਤੇ ਦਸਾਂ ਦੁਆਰਿਆਂ ਦਾ ਚੇਤਨ ਉਹ 'ਚ ਮੇਰੀ ਬਿਰਤੀ ਜੁੜ ਗਈ ਹੈ। ਤੋ ਮਹਾਰਾਜ ਕਹਿੰਦੇ ਹਨ, ਨਿਜ ਪਦ ਉਪਰ ਲਾਗੋ ਧਿਆਨ, ਆਪਣੀ ਦਸਮ ਦੁਆਰ ਰੂਪੀ ਪਦਵੀ ਤੇ ਬਿਰਤੀ ਚੜਾਉਣ ਕਰਕੇ ਮੇਰਾ ਧਿਆਨ ਲੱਗ ਗਿਆ ਹੈ। ਧੁਨ ਮੈਂ ਧਿਆਨ ਮੈਂ ਜਾਣਿਆ। ਜਿਹੜਾ ਜੋਗੀ ਹੈ ਉਹ ਰੋਸ਼ਨੀਆਂ 'ਚ ਧਿਆਨ ਲਾਉਂਦਾ ਜੋ ਦਸਵੇਂ ਦੁਆਰ ਦੇ ਵਿੱਚ ਦਿਖਦੀਆਂ। ਦਸਵੇਂ ਦੁਆਰ 'ਚ ਜਿਹੜੀ ਆਵਾਜ਼ ਆਉਂਦੀ ਉਹਦੇ 'ਚ ਉਹ ਧਿਆਨ ਜੋੜਦਾ ਹੈ। ਪਰ ਗੁਰੂ ਦਾ ਸਿੱਖ ਵਾਵੇ ਕੰਨਾ ਹਾਹੇ ਸਿਆਰੀ ਗੱਗੀ ਔਂਕੜ ਰਾਰੇ ਦਲੈਂਕੜ, ਵਾਹਿਗੁਰੂ ਨਾਮ 'ਚ ਧਿਆਨ ਜੋੜਦਾ। ਤੇ ਜਿਵੇਂ ਜਿਵੇਂ ਧਿਆਨ ਜੁੜਿਆ ਜਾਏ ਤਿਵੇਂ ਤਿਵੇਂ ਇਹ ਗੁਰਬਾਣੀ ਦੇ ਅੱਖਰ ਚਮਕਦੇ ਨੇ। ਉਹਦੇ 'ਚੋਂ ਪ੍ਰਕਾਸ਼, ਫਿਰ ਪ੍ਰਕਾਸ਼ ਸਰੂਪ ਦੇ ਵਿੱਚ ਧਿਆਨ ਚਲਿਆ ਜਾਂਦਾ। ਅਰਥਾਂ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਚੇਤਨ ਸਰੂਪ ਦੇ ਵਿੱਚ ਧਿਆਨ ਜੋੜਦਾ ਹੈ। ਕੋਈ ਪੱਥਰ 'ਚ, ਕੋਈ ਮੂਰਤੀ ਦੇ ਵਿੱਚ ਜਾਂ ਕਿਸੇ ਆਵਾਜ਼ 'ਚ ਜਿਹੜਾ ਸ਼ਬਦ ਹੈ ਉਹ ਸੁਰਤੀ ਨੂੰ ਪ੍ਰਕਾਸ਼ 'ਚ ਲੈ ਜਾਂਦਾ। ਕਿਉਂ? ਧੁਨ ਮੈਂ ਧਿਆਨ, ਵਾਜਿਆਂ 'ਚ ਨਹੀਂ, ਵਾਹਿਗੁਰੂ ਨਾਮ ਦੀ ਧੁਨੀ ਵਿੱਚ। ਤੇ ਅੱਖਾਂ ਦਾ ਜਿਹੜੀ ਨਿਗਾਹ ਉਹ ਮਹਾਰਾਜ ਦੇ ਅੱਖਰਾਂ 'ਚ ਜਾਂ ਅਰਥਾਂ ਦੇ ਵਿੱਚ। ਤੋ ਇਸ ਤਰ੍ਹਾਂ ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨੀ ਦੇ ਵਿੱਚ ਜਾਂ ਧਿਆਨ ਜੁੜ ਗਿਆ, ਧਿਆਨ 'ਚੋਂ ਹੀ ਪ੍ਰਕਾਸ਼ ਆਇਆ। ਇਉਂ ਪ੍ਰਕਾਸ਼ ਦੇ ਵਿੱਚ ਆਤਮਾ ਪ੍ਰਾਤਮਾ ਇੱਕੋ ਕਰੇ। ਇਹ ਗੁਰਮੁਖਾਂ ਦੀ ਅਕਥ ਕਹਾਣੀ ਹੈ ਜਿਹੜੀ ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਭੇਖੈ ਤਿਸ ਬਨ ਆਵੈ। ਦਸਮ ਦੁਆਰ ਰੂਪੀ ਪਦਵੀ ਤੇ ਬਿਰਤੀ ਚੜਾਉਣ ਕਰਕੇ ਮੇਰਾ ਧਿਆਨ ਲੱਗ ਗਿਆ। ਰਾਜਾ ਰਾਮ ਨਾਮ ਮੇਰਾ ਬ੍ਰਹਮ ਗਿਆਨ, ਮੋਰਾ ਬ੍ਰਹਮ ਗਿਆਨ। ਉੱਥੇ ਰਾਜਾ ਰੂਪ ਪ੍ਰਭੂ ਦਾ ਨਾਮ ਹੀ ਮੇਰੇ ਤਾਈਂ ਬ੍ਰਹਮ ਗਿਆਨ ਦੀ ਪਦਵੀ ਦੇਣ ਵਾਲਾ ਹੈ। ਜਾਂ ਬ੍ਰਹਮ ਦੇ ਦਸਮ ਦੁਆਰ ਰੂਪ ਸਥਾਨ ਉੱਤੇ ਰਾਜਾ ਸਰੂਪ ਪ੍ਰਭੂ ਦਾ ਨਾਮ ਹੀ ਗਿਆਨ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਇਸ ਲਈ ਮੈਂ ਨਾਮ ਦਾ ਅਭਿਆਸ ਕਰਦਾ ਹਾਂ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ, ਮੂਲ ਦੁਆਰਾ ਬੰਦਿਆਂ ਬੰਦ। ਮੂਲ ਦੁਆਰੇ ਨੂੰ ਜਿਹੜੀ ਅਪਾਨ ਵਾਯੂ ਜਾਂਦੀ ਸੀਗੀ, ਇਸ ਨੂੰ ਖੱਬੀ ਅੱਡੀ ਦਾ ਬੰਨ ਲਾ ਕੇ ਬੰਨਣਾ ਰੋਕਣਾ ਕਰੇ, ਇਸ ਨੂੰ ਮੂਲ ਬੰਦ ਕਹਿੰਦੇ ਨੇ। ਜਾਂ ਉਪਸਸਤ ਇੰਦਰੀ ਉੱਪਰ ਸੱਜੀ ਅੱਡੀ ਰੱਖ ਕੇ ਜਲੰਧਰ ਬੰਦ ਬੰਨਣਾ ਕਰੇ। ਰਾਵਿ ਉੱਪਰ ਕਹਿ ਰਾਖੇ ਚੰਦ, ਫਿਰ ਸੂਰਜ ਦੀ ਸੁਰ ਪਿੰਗਲਾ ਉੱਪਰ ਚੰਦਰਮਾ ਦੀ ਸੁਰ ਏੜਾ ਨੂੰ ਪਕੜ ਕੇ ਰੱਖੇ। ਭਾਵ ਜਦੋਂ ਸੂਰਜ ਦੀ ਸੁਰ ਨਾਲ ਅੰਦਰ ਗਰਮੀ ਵੱਧ ਜਾਵੇ ਤਦੋਂ ਚੰਦਰਮਾ ਦੀ ਸੁਰ ਖੱਬੀ ਨਾਸਿਕਾ ਦੁਆਰਾ ਪ੍ਰਾਣ ਚੜਾਉਣਾ ਕਰੇ। ਸਾਡਾ ਤਾਂ ਧਿਆਨ ਵੀ ਨਹੀਂ ਲੱਗਦਾ, ਅੱਖਾਂ ਬੰਦ ਕਰੀਏ ਤਾਰੇ ਜੇ ਦੇਖਦੇ ਨੇ, ਪਰਵੱਟਿਆਂ ਵਿਚਕਾਰ ਧਿਆਨ ਲਈਏ ਸਿਰ ਪੀੜ ਹੋਣ ਲੱਗ ਪੈਂਦਾ, ਦਸਤਾਰ ਲਾਉਣ ਨੂੰ ਜੀ ਕਰਦਾ, ਕਿਉਂ ਸਿਰ 'ਤੇ ਭਾਰ ਪੈ ਜਾਂਦਾ ਸਾਰਾ ਹੀ। ਤੋ ਇਸ ਲਈ ਇਹ ਕੰਮ ਬੜਾ ਔਖਾ ਹੈ। ਮਹਾਰਾਜ ਨੇ ਆਖਿਆ ਵੀ ਸਿੱਧੇ ਹੀ ਜਿਹੜਾ ਜੱਟ ਹੈ ਉਹ ਸਿੱਧਾ ਹੀ ਛੱਟਾ ਮਾਰਦਾ, ਜਿਹੜਾ ਦਾਣਾ ਡਿੱਗ ਪਿਆ ਧਰਤੀ 'ਚ ਉਹਨੇ ਉੱਗਣਾ ਹੀ ਉੱਗਣਾ। ਭਾਵੇਂ ਲੰਮੇ ਪੈ ਕੇ ਕਹੋ ਤੇ ਭਾਵੇਂ ਬਹਿ ਕੇ ਤੇ ਭਾਵੇਂ ਢੋਲ ਆ ਕੇ ਤੇ ਭਾਵੇਂ ਤੁਰ ਫਿਰ ਕੇ ਵਾਹਿਗੁਰੂ ਕਹੋ ਜ਼ਰੂਰ। ਬਸ ਬੀਜ ਬੀਜੋ ਸਹੀ ਸਰੀਰ ਦੀ ਧਰਤੀ, ਫਲ ਜ਼ਰੂਰ ਮਿਲੇਗਾ। ਪੱਛਮ ਦੁਆਰ ਸੂਰਜ ਤਾਪੈ, ਜਦੋਂ ਅੰਦਰ ਠੰਡ ਵਰਤ ਜਾਏ ਤਦੋਂ ਪਿਛਲੇ ਪਾਸੇ ਕੰਗਰੋੜ ਨਾੜੀ, ਇਹਦੇ ਚੋਂ ਮਿੱਝ ਕੱਢਣ ਵਾਸਤੇ ਸੂਰਜ ਦੀ ਸੱਜੀ ਸੁਰ ਪਿੰਗਲਾ ਨੂੰ ਤਪਾਉਣਾ ਕਰੇ। ਆ ਸੈਰਾ ਜੰਮਦੇ ਕਈ ਪੈਂਦੇ ਨੇ, ਮੈਂ 2 ਹੀ ਦਿਨ ਪਿਆ, ਉਹਨੇ ਇੰਨੀ ਹੀਟ ਚਾੜਤੀ ਅੱਜ ਤੱਕ ਹੀ ਖਤਮ ਨਹੀਂ ਹੋਈ। ਇਹੋ ਜਿਹਾ ਡਿਫੈਕਟ ਪਾਤਾ ਰੀੜ ਦੀ ਹੱਡੀ 'ਚ ਹੀਟ ਦੇ ਨਾਲ। ਤੇ ਇਸ ਲਈ ਇਹ ਵੀ ਕੰਮ ਕਲਯੁਗੀ ਸਰੀਰ ਸਾਡੇ ਫਿੱਟ ਨਹੀਂ ਹੈ। ਮੇਰ ਡੰਡ ਸਿਰ ਉੱਪਰ ਵਾਸੈ, ਕਹਿੰਦੇ ਰੀੜ ਦੀ ਹੱਡੀ 'ਚੋਂ ਜਦ ਮਿੱਝ ਢਲ ਜਾਂਦੀ ਹੈ ਤਦੋਂ ਕੰਗਰੋੜ ਨਾਲ ਲੱਗੀ ਹੋਈ ਜਿਹੜੀ ਸੁਖਮਨਾ ਨਾੜੀ ਹੈ ਇਹ ਸਵਾਸ ਖਿੱਚ ਕੇ ਦਸਮ ਦੁਆਰ ਵਿੱਚ ਲੈ ਜਾਂਦੀ ਹੈ। ਫਿਰ ਉਹ ਜੋਗੀ ਸਿਰ ਉੱਪਰ ਭਾਵ ਦਸਮ ਦੁਆਰ ਦੇ ਵਿੱਚ ਵੱਸਦਾ ਹੈ। ਮਹਾਰਾਜ ਦਾ ਨਾਮ ਹੀ ਜਿੱਥੇ ਲੈ ਜਾਏ ਵਾਹ ਪੜੀ ਹੈ। ਪੱਛਮ ਦੁਆਰੇ ਕੀ ਸਲਯੋੜਾ, ਕਹਿੰਦਾ ਦਸਵਾਂ ਦੁਆਰ ਕਿੱਥੇ ਹੈ? ਇਹ ਭਾਈ ਪਿਛਲੇ ਪਾਸੇ ਦੀ ਤਰਫ ਭਾਵ ਪਿੱਠ ਦੇ ਪਿੱਛੇ ਗਰਦਨ ਜਿਹੜੀ ਹੈ ਕੰਗਰੋੜ ਨਾੜੀ ਦੇ ਉੱਪਰ ਮਿੱਝ ਦੀ ਬੋਟੀ ਰੂਪ ਸਿਲਾ ਹੈ ਜਾਂ ਭੁਜੰਗਮਾ ਨਾੜੀ ਰੂਪ ਸਿਲਾ ਜਿਸ ਨੇ ਸੁਖਮਨਾ ਦਾ ਦਰ ਬੰਦ ਕੀਤਾ ਹੋਇਆ ਹੈ।
ਜਿਹੜਾ ਪੰਜਵਾਂ ਨੇਤਰ ਹੈ ਉਹ ਪਿਛਲੇ ਪਾਸੇ ਹੈ। ਤਿਸ ਲਈ ਉੱਪਰ ਖਿੜਕੀ ਔਰ ਉਹ ਸਿਲਾ ਮਾਸ ਦੀ ਬੋਟੀ ਤੇ ਜਿੱਥੇ ਗਰਦਨ ਖਤਮ ਹੁੰਦੀ ਹੈ, ਹੋਰ ਛੋਟੀਆਂ ਛੋਟੀਆਂ ਮਾਸ ਦੀਆਂ ਬੋਟੀਆਂ ਰੂਪ ਖਿੜਕੀਆਂ ਨੇ। ਖਿੜਕੀ ਉੱਪਰ ਦਸਵਾਂ ਦਵਾਰ ਉਧਰ ਦੀ ਤਾਂ ਚੜ ਕੇ ਭੁਜੰਗਮਾ ਨਾੜੀ ਸੁਖਮਨ ਨਾੜੀ ਦਰਾ ਉੱਪਰ ਜਿੱਥੇ ਜੂੜਾ ਕਰੀਦਾ, ਵਿਚਕਾਰ ਤਾਲੂ ਪੋਲਾ ਜਿਹਾ ਹੁੰਦਾ ਬੱਚਿਆਂ ਦਾ, ਇਉਂ ਮਾਸ ਦੀਆਂ ਛੋਟੀ ਛੋਟੀਆਂ ਬੋਟੀਆਂ ਰੂਪ ਖਿੜਕੀਆਂ ਦੇ ਉੱਪਰ ਹਜ਼ਾਰਾਂ ਗੁਣਾ ਪ੍ਰਕਾਸ਼ ਹੀ ਪ੍ਰਕਾਸ਼ ਦਿਖਦਾ। ਜੋ ਬ੍ਰਹਿਮੰਡ ਵਿੱਚ ਉਹ ਪਿੰਡ ਸਰੀਰ ਦੇ ਵਿੱਚ ਹੀ ਪ੍ਰਤੀਤ ਹੋਣ ਲੱਗ ਪੈਂਦਾ, ਉਹਨੂੰ ਦਸਵਾਂ ਦਵਾਰ ਕਹਿੰਦੇ ਨੇ। ਕਹਿ ਕਬੀਰ ਤਾ ਕਾ ਅੰਤ ਨਾ ਪਾਰ। ਕਬੀਰ ਜੀ ਕਹਿੰਦੇ ਫਿਰ ਉਸ ਦਾ ਪਾਰ ਉਰਾਰ ਕਰਕੇ ਅੰਤ ਨਹੀਂ ਪਾਇਆ ਜਾਂਦਾ। ਜਿਹੜਾ ਉੱਥੇ ਪਹੁੰਚ ਜਾਂਦਾ, ਜਿਹੜਾ ਉੱਥੇ ਪਹੁੰਚਦਾ ਉਹ ਹੈ ਜੋਗੀ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਦਸਵੇਂ ਦਵਾਰ ਤੋਂ ਬਾਹਰ ਨਿਕਲ ਜਾਂਦਾ, ਸੋ ਹੈ ਸਾਧ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਬਣਾਇਆ ਹੈ। ਜੋਗੀ ਤੋਂ ਬਾਅਦ ਸਾਧ ਬ੍ਰਹਮ ਗਿਆਨ ਦੀ ਅਵਸਥਾ, ਦਸਵੇਂ ਦਵਾਰ ਸਰੀਰ ਤੋਂ ਵੀ ਉੱਪਰ ਹੋ ਜਾਣਾ। ਉਹ ਤਾਂ ਫਿਰ ਸਰੀਰ 'ਚ ਹੀ ਰਹਿ ਜਾਣਾ ਜੇ ਦਸਵੇਂ ਦਵਾਰ 'ਚ ਬੈਠਾ ਰਿਹਾ। ਸਰੀਰ ਤੋਂ ਤਾਂ ਉੱਪਰ ਹੋਣਾ ਹੈ। ਰਜੋ ਸਤੋ ਤਮੋ ਤੋਂ ਤੁਰਿਆ 'ਚ ਜਾਣਾ, ਤੁਰਿਆ ਅਤੀਤ ਅਵਸਥਾ ਦੇ ਵਿੱਚ ਪਹੁੰਚਣਾ ਗੁਰੂ ਦੇ ਸਿੱਖ ਨੇ। ਇਸ ਲਈ ਗੁਰਦੁਆਰੇ ਦੀ ਕਥਾ ਜਿਹੜੀ ਹੈ ਉਹ ਕਥਨ ਨਹੀਂ ਕੀਤੀ ਜਾਂਦੀ, ਉਹ ਤਾਂ ਮਹਾਰਾਜ ਆਪ ਹੀ ਜਿਹਨੂੰ ਦਿਖਾ ਦੇਣ। ਇਹ ਸੁਣ ਕੇ ਜੋਗੀ ਦਾ ਚਿੱਤ ਪ੍ਰਸੰਨ ਹੋ ਗਿਆ। ਤਦੋਂ ਭਗਤ ਸਾਹਿਬ ਜੀ ਦੇ ਕੋਲ ਇੱਕ ਪ੍ਰੇਮੀ ਆਇਆ। ਉਹਨੇ ਫਿਰ ਗੁਰਮਤਿ ਜੋਗ ਬਾਰੇ ਪੁੱਛਿਆ। ਉਹ ਆਪਾਂ ਇਸੇ ਸ਼ਬਦ ਨੂੰ ਕੱਲ੍ਹ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਖਿੜਕੀ ਉੱਪਰ ਦਸਵਾਂ ਦਵਾਰ ਕਹਿ ਕਬੀਰ ਤਾ ਕਾ ਅੰਤ ਨਾ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸਿੱਧੀ ਮਨੋ ਜੀਆਂ ਵਧਾਈ।